ਬਿਲਾਵਲ ਮਹਿਲਾ ਪੰਜਵਾ। ਆਪ ਉਪਾਵਨ ਆਪ ਸਧਰਨਾ, ਆਪ ਕਰਾਵਨ ਦੋਸ ਨ ਲੈਣਾ। ਆਪ ਉਪਾਵਨ ਆਪ ਸਧਰਨਾ, ਆਪ ਕਰਾਵਨ ਦੋਸ ਨਾ ਲੈਣਾ। ਆਪਨ ਬਚਨ ਆਪ ਹੀ ਕਰਨਾ, ਆਪਨ ਬਿਭਉ ਆਪ ਹੀ ਜਰਨਾ। ਰਹਾਉ। ਆਪ ਹੀ ਮਸਟ ਆਪ ਹੀ ਬੁਲਣਾ, ਆਪ ਹੀ ਆਛਲ ਨਾ ਜਾਈ ਛਲਣਾ। ਆਪ ਹੀ ਗੁਪਤ ਆਪ ਪ੍ਰਗਟਨਾ, ਆਪ ਹੀ ਘਟ ਘਟ ਆਪ ਅਲਪਨਾ। ਆਪੇ ਅਵਗਤ ਆਪ ਸੰਗ ਰਚਨਾ, ਕਹੋ ਨਾਨਕ ਪ੍ਰਭ ਕੇ ਸੰਗ ਜਚਨਾ। ਆਪ ਅਵਗਤ ਆਪ ਸੰਗ ਰਚਨਾ, ਕਹੋ ਨਾਨਕ ਪ੍ਰਭ ਕੇ ਸਭ ਜਚਨਾ। ਚਬਰ ਛਤਰ ਤਖਤ ਦਾ ਮਾਲਕ ਸਾਹਿਬ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਰਹਿਮਤ ਦੇ ਦੁਆਰਾ ਆਪ ਸਾਰੀ ਸੰਗਤ ਗੁਰੂ ਚਰਨਾਂ ਦਾ ਆਸਰਾ ਤੱਕਦੇ ਹੋ। ਵੱਡੇ ਭਾਗ ਨੇ, ਆਓ ਗੁਰੂ ਕੀ ਪਾਵਨ ਬਾਣੀ ਨੂੰ ਸਮਝਣ ਦਾ ਸੁਣਨ ਦਾ ਯਤਨ ਕਰੀਏ। ਸਾਰਿਆਂ ਨੇ ਗੁਰਫਤਿਹ ਦੀ ਸਾਂਝ ਪਾਉਣੀ, ਹਾਜ਼ਰੀ ਲਵਾਉਣੀ, ਪਿਆਰ ਵਿੱਚ ਭਿੱਜ ਕੇ ਬੋਲਣਾ ਜੀ। ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਵੱਲੋਂ ਰਚਿਤ ਪਾਵਨ ਬਾਣੀ ਜੋ ਸਾਡੇ ਸਨਮੁਖ ਪਾਤਸ਼ਾਹ ਨੇ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਦੇ ਮਹਾਂਵਾਕ ਅਨੁਸਾਰ ਪਰੋਸ ਕੇ ਰੱਖੀ ਹੈ, ਉਹਦੇ ਵਿੱਚ ਸਾਨੂੰ ਕੀ ਸੁਨੇਹਾ ਦਿੱਤਾ ਹੈ। ਬਿਲਾਵਲ ਮਹੱਲਾ ਪੰਜਵਾ। ਰਹਾਉ ਵਾਲਾ ਜੋ ਬੰਦ ਹੈ, ਆਪਨ ਬਚਨ ਆਪ ਹੀ ਕਰਨਾ, ਆਪਨ ਬਿਭਉ ਆਪ ਹੀ ਜਰਨਾ। ਰਹਾਉ। ਹੁਣ ਜਦੋਂ ਇਸ ਵਿਚਾਰ ਦੇ ਆਪਾਂ ਅੱਖਰਾਂ ਦੇ ਮੁਤਾਬਕ ਅਰਥ ਕਰਾਂਗੇ ਤਾਂ ਜ਼ਿਕਰ ਕੀ ਆਇਆ ਕਿ ਉਹ ਪਰਮਾਤਮਾ ਹਰੇਕ ਜੀਵ ਦੇ ਵਿੱਚ ਆਪ ਹੀ ਬੋਲ ਰਿਹਾ ਹੈ ਤੇ ਆਪ ਹੀ ਉਹ ਮੌਨ ਧਾਰੀ ਬੈਠਾ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀ ਕੀਤਾ, ਆਪਨ ਬਚਨ ਆਪ ਹੀ ਕਰਨਾ। ਮਨੁੱਖਾ ਸਰੀਰ ਦੇ ਰਾਹੀਂ ਉਹ ਪ੍ਰਮਾਤਮਾ ਆਪਣੇ ਬਚਨ ਆਪ ਬੁਲਾ ਕੇ ਉਹਨਾਂ ਵਚਨਾਂ ਦੇ ਅਨੁਸਾਰ ਮਨੁੱਖੀ ਸੁਭਾਅ ਚੈੱਕ ਕਰ ਰਿਹਾ ਹੈਗਾ ਤੇ ਆਪ ਹੀ ਚੁੱਪ ਕਰਿਆ ਬੈਠਾ।
ਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਆਪ ਉਹ ਬਿਲਕੁਲ ਸ਼ਾਂਤ ਹੈ, ਜਿਹਨੂੰ ਆਪਾਂ ਮੌਨੀ ਕਹਿ ਦਿੰਦੇ ਆ, ਮੌਨ ਧਾਰਨ ਕੀਤਾ ਹੋਇਆ ਹੈਗਾ। ਫਿਰ ਪਾਤਸ਼ਾਹ ਜ਼ਿਕਰ ਕੀ ਕਰਦੇ ਨੇ, ਕਹਿੰਦੇ ਆਪ ਹੀ ਉਹ ਆਪਣੇ ਬੋਲਾਂ ਦੇ ਅਨੁਸਾਰ ਕੰਮ ਕਰ ਰਿਹਾ ਤੇ ਕੰਮ ਕਰਵਾ ਰਿਹਾ ਹੈ। ਰਹਾਓ। ਇੱਥੋਂ ਆਪਾਂ ਨੂੰ ਸਿੱਖਿਆ ਕੀ ਮਿਲਦੀ ਆ, ਸੇਧ ਕੀ ਮਿਲਦੀ ਆ, ਵੀ ਸਾਰੇ ਥਾਵਾਂ ਦੇ ਵਿੱਚ ਉਹ ਪਰਮਾਤਮਾ ਆਪ ਰਮਿਆ ਹੋਇਆ। ਜਿਵੇਂ ਕੱਲ ਦਾ ਸ਼ਬਦ ਸੀ, ਸਾਰੇ ਥਾਵਾਂ ਤੇ ਰਹਿੰਦਾ ਹੋਇਆ, ਉਹ ਸਭ ਥਾਵਾਂ ਤੋਂ ਆਪ ਵੱਖਰਾ ਹੈ, ਨਿਰਲੇਪ ਹੈ, ਬੈਠਾ, ਵੇਖੈ, ਵੱਖ, ਅਕੇਲਾ। ਉਹ ਸਾਰਿਆਂ ਦੇ ਵਿੱਚ ਵੀ ਹੈ ਤੇ ਸਾਰਿਆਂ ਤੋਂ ਬਾਹਰ ਵੀ ਬੈਠਾ ਗਾ। ਉਹ ਇੱਕ ਸਾਈਡ ਤੇ ਵੀ ਬੈਠਾ, ਜ਼ਿਕਰ ਕੀਤਾ, ਬੈਠਾ, ਵੇਖੈ, ਵੱਖ, ਅਕੇਲਾ ਦਾ ਜ਼ਿਕਰ ਕੀਤਾ। ਉਹ ਅਲੱਗ ਬੈਠ ਕੇ ਵੀ ਸਾਰਿਆਂ ਨੂੰ ਵੇਖ ਰਿਹਾ, ਸਭ ਨੂੰ ਚਲਾ ਰਿਹਾ ਗਾ। ਪਰ ਇਸ ਰਮਜ ਨੂੰ, ਇਸ ਗੱਲ ਨੂੰ ਸਮਝਣਾ ਸਾਡੇ ਲਈ ਆਸਾਨੀ ਦੀ ਗੱਲ ਨਹੀਂ ਹੈ, ਮਿਹਨਤ ਦੀ ਗੱਲ ਆ। ਮਿਹਨਤ ਵੀ ਆਮ ਨਹੀਂ, ਥੋੜੀ ਜਿਹੀ ਸੌਖੇ ਤਲ ਤੇ ਨਹੀਂ, ਕਠਿਨ ਕਰਨੀ ਪਵੇਗੀ, ਜਿਹਨੂੰ ਆਪਾਂ ਸਖਤ ਕਮਾਈ ਕਹਿ ਦਿੰਦੇ ਆ। ਇਸੇ ਕਰਕੇ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ, ਉਹ ਪਰਮਾਤਮਾ ਸਾਰੇ ਥਾਵਾਂ ਤੇ ਭਾਈ ਆਪ ਰਮਿਆ ਹੋਇਆ ਹੈ। ਸਭੈ ਘਟ ਰਾਮ ਬੋਲੇ, ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਭਾਵ ਸਾਰੇ ਘਟਾਵਾਂ ਦੇ ਵਿੱਚ, ਸਰੀਰਾਂ ਦੇ ਵਿੱਚ ਉਹ ਪਰਮਾਤਮਾ ਆਪ ਬੋਲ ਰਿਹਾ ਹੈ। ਇਹਨੂੰ ਮਹਿਸੂਸ ਕਰੀਏ ਤੇ ਫਿਰ ਆਪਾਂ ਉਸ ਪਰਮਾਤਮਾ ਦੇ, ਚਾਹੇ ਉਹ ਚੁੱਪ ਦੀ ਪਰਿਭਾਸ਼ਾ ਵਿੱਚ ਬੈਠਾ ਤੇ ਚਾਹੇ ਉਹ ਕੁਛ ਬੋਲ ਰਿਹਾ ਗਾ, ਦੋਨਾਂ ਹੀ ਅਵਸਥਾਵਾਂ ਨੂੰ ਦੇਖ ਕੇ ਅਸੀਂ ਕੁਝ ਸਿੱਖਣਾ ਗਾ। ਬਸ ਜਿਵੇਂ ਆਪਾਂ ਨੂੰ ਪਤਾ ਨਾ, ਕਈ ਵਾਰ ਬੰਦਾ ਆਪਣੀ ਭਾਸ਼ਾ ਦੇ ਵਿੱਚ ਗੱਲ ਕਰਦਾ, ਵੀ ਜਿਹੜੇ ਲੋਕ ਸ਼ਾਂਤ ਰਹਿੰਦੇ ਨੇ, ਚੁੱਪ ਰਹਿੰਦੇ ਨੇ, ਉਹਨਾਂ ਦੀ ਚੁੱਪ ਵੀ ਦੂਜੇ ਬੰਦੇ ਨੂੰ ਬਹੁਤ ਕੁਝ ਸਿਖਾ ਜਾਂਦੀ ਆ। ਇਹ ਨਹੀਂ ਹੈ ਵੀ ਬੋਲਣ ਵਾਲਾ ਬੰਦਾ ਹੀ ਕੁਝ ਸਿਖਾਵੇਗਾ, ਚੁੱਪ ਵੀ ਬਹੁਤ ਕੁਝ ਸਿਖਾ ਜਾਂਦੀ ਆ। ਗੁਰਬਾਣੀ ਵਿੱਚ ਤਾਂ ਸਾਡੇ ਅਧਿਆਤਮਕ ਤਲ ਤੇ ਸਰੀਰਕ ਤਲ ਤੇ ਬੜੇ ਟੀਚਰਾਂ ਦੀ ਗੱਲ ਕੀਤੀ ਆ। ਪਸ਼ੂਆਂ ਵੱਲ ਹੱਥ, ਨਿੱਕੇ ਨਿੱਕੇ ਜੀਵਾਂ ਵੱਲ ਹੱਥ, ਪੰਛੀਆਂ ਵੱਲ ਹੱਥ ਕੀਤਾ। ਬਾਅਦ ਵਿੱਚ ਕੀ ਕਿਹਾਗਾ, ਬੇਸ਼ੱਕ ਤੇਰੀ ਭਾਸ਼ਾ ਦੇ ਵਿੱਚ ਨਹੀਂ ਗੱਲ ਕਰਦੇ, ਪਰ ਤੈਨੂੰ ਸਿਖਾ ਬਹੁਤ ਕੁਝ ਦਿੰਦੇ ਨੇ। ਉੱਥੋਂ ਸਮਝਣਾ ਕੀ ਆ, ਇਸ਼ਾਰਾ ਕੀ ਆ, ਚੁੱਪ ਦੇ ਵਿੱਚ ਵੀ ਬਹੁਤ ਵੱਡੀ ਤਾਕਤ ਆ, ਵੀ ਚੁੱਪ ਵੀ ਸਾਨੂੰ ਬਹੁਤ ਕੁਝ ਸਿਖਾ ਜਾਂਦੀ ਆ। ਇਸੇ ਕਰਕੇ ਸਤਿਗੁਰਾਂ ਨੇ ਜ਼ਿਕਰ ਕੀਤਾ ਵੀ ਉਹ ਪਰਮਾਤਮਾ ਚਾਹੇ ਸ਼ਾਂਤ ਹੈ, ਮਨੁੱਖੀ ਸਰੀਰ ਦੇ ਅੰਦਰ, ਜੀਵਾਂ ਦੇ ਅੰਦਰ, ਤੇ ਚਾਹੇ ਉਹ ਬੋਲ ਰਿਹਾ, ਉਹ ਉਹਦੀ ਆਪਣੀ ਮੌਜ ਹੈ, ਬੋਲਣਾ ਨਾ ਬੋਲਣਾ। ਪਰ ਤੂੰ ਉਹਦੀ ਬੋਲੀ ਚੋਂ ਵੀ ਕੁਝ ਸਮਝ ਤੇ ਉਹਦੀ ਚੁੱਪ ਦੇ ਵਿੱਚੋਂ ਵੀ ਕੁਝ ਸਮਝ ਸਿੱਖ, ਬਸ ਇੰਨੀ ਕਾਫੀ ਆ। ਫਿਰ ਪਾਤਸ਼ਾਹ ਜੀ ਨੇ ਜ਼ਿਕਰ ਕੀ ਕੀਤਾ, ਕਹਿੰਦੇ ਉਹ ਆਪ ਹੀ ਪਾਤਸ਼ਾਹ, ਆਪ ਹੀ ਪਰਮੇਸ਼ਰ ਦਾਤਾ ਜੀ, ਆਪ ਉਪਾਵਨ, ਆਪ ਹੀ ਸਧਰਨਾ। ਆਪ ਉਪਾਵਨ ਕਹਿੰਦੇ ਉਹ ਪੈਦਾ ਕਰਨ ਵਾਲਾ ਵੀ ਆਪ ਹੈ। ਆਪ ਉਪਾਵਨ, ਉਪਾਵਨ ਤੋਂ ਭਾਵ ਪੈਦਾ ਕਰਨ ਵਾਲਾ। ਜਿੰਨੇ ਵੀ ਧਰਤੀ ਤੇ, ਜਲ ਵਿੱਚ, ਥਲ ਵਿੱਚ, ਆਕਾਸ਼ ਵਿੱਚ ਰਹਿਣ ਵਾਲੇ ਜੀਵ ਨੇ, ਸਾਰਿਆਂ ਨੂੰ ਉਹ ਪਰਮਾਤਮਾ ਨੇ ਬਣਾਇਆ, ਪਰ ਪਰਮਾਤਮਾ ਨੂੰ ਕਿਸੇ ਨੇ ਨਹੀਂ ਬਣਾਇਆ ਗਾ। ਇਹ ਤੁਹਾਨੂੰ ਸਾਰਿਆਂ ਨੂੰ ਪਤਾ। ਆਪ ਉਪਾਵਨ, ਆਪ ਸਧਾਰਨਾ। ਸਧਾਰਨੇ ਤੋਂ ਭਾਵ ਹੈ ਆਸਰਾ, ਆਸਰਾ ਦੇਣ ਵਾਲਾ, ਤੇ ਸਾਰਿਆਂ ਦਾ ਆਸਰਾ ਵੀ ਉਹ ਵਾਹਿਗੁਰੂ ਪਰਮਾਤਮਾ ਆਪ ਹੈ। ਉਹਦੇ ਆਸਰੇ ਤੋਂ ਬਿਨਾ ਦੂਸਰਾ ਕੋਈ ਹੋਰ ਆਸਰਾ ਨਹੀਂ ਹੈ। ਉਹਦਾ ਆਸਰਾ ਕਿਸ ਰੂਪ ਵਿੱਚ ਸਾਡੇ ਜੀਵਨ ਵਿੱਚ ਕੰਮ ਕਰਦਾ? ਹੁਕਮ ਦੇ ਵਿੱਚ। ਹੁਕਮ ਦੇ ਵਿੱਚ ਹੀ ਉਹ ਪਰਮਾਤਮਾ ਨੂੰ ਅਸੀਂ ਸਮਝ ਸਕਦੇ ਹਾਂ, ਹੁਕਮ ਦੇ ਰੂਪ ਵਿੱਚ ਹੀ ਉਹ ਪਰਮਾਤਮਾ ਨੂੰ ਵੇਖ ਸਕਦੇ ਹਾਂ, ਹੁਕਮ ਦੇ ਰੂਪ ਦੇ ਵਿੱਚ ਹੀ ਉਹਦੇ ਨਾਲ ਸਾਡੀ ਜਾਣ ਪਹਿਚਾਣ ਬਣੇਗੀ,
ਤੇ ਹੁਕਮ ਦੇ ਰੂਪ ਵਿੱਚ ਹੀ ਸਾਡੀ ਉਹ ਪਰਮਾਤਮਾ ਬਾਂਹ ਫੜਦਾ ਹੈ, ਸਾਡਾ ਆਸਰਾ ਬਣਦਾ ਹੈ। ਸਾਧਾਰਨਾ ਉਹ ਸਾਡਾ ਆਸਰਾ ਵੀ ਖੁਦ ਆਪ ਹੈ। ਉਹਦੇ ਬੋਲਾਂ 'ਚ, ਉਹਦੀ ਆਵਾਜ਼ 'ਚ, ਉਹਦੀ ਚੁੱਪ ਦੇ ਵਿੱਚ ਬਹੁਤ ਵੱਡੀ ਤਾਕਤ ਹੈ। ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ, ਆਪ ਕਰਾਵਣ ਦੋਸ ਨਾ ਲੈਣਾ। ਹੁਣ ਆਪਾਂ 2 ਨੰਬਰ ਪੰਕਤੀ ਦੀ ਵਿਚਾਰ ਦੇ ਵਿੱਚ ਆਏ ਆ। ਚਲੋ ਪਹਿਲੀਆਂ 2-3 ਗੱਲਾਂ ਆਪਾਂ ਸਾਰਿਆਂ ਨੇ ਸੁਣ ਲਈਆਂ, ਨੋਰਮਲ ਗੱਲਾਂ ਸੀ ਵੀ ਉਹ ਪਰਮਾਤਮਾ ਆਪ ਹੀ ਸਾਰਿਆਂ ਦੇ ਵਿੱਚ ਚੁੱਪ ਹੈ, ਉਹ ਪਰਮਾਤਮਾ ਆਪ ਹੀ ਸਾਰਿਆਂ ਦੇ ਵਿੱਚ ਬੋਲ ਰਿਹਾ ਹੈ, ਉਹ ਪਰਮਾਤਮਾ ਆਪ ਹੀ ਸਾਰਿਆਂ ਦੇ ਵਿੱਚ ਰਚਿਆ ਮਿਚਿਆ ਹੈ। ਇਸ ਗੱਲ ਦਾ ਆਪਾਂ ਸਾਰਿਆਂ ਨੇ ਆਪਸ ਵਿੱਚ ਗੱਲ ਸਾਂਝੀ ਕਰ ਲਈ। ਪਰ ਜਿਹੜੀ ਅਗਲੀ ਗੱਲ ਆ ਨਾ, ਇਹਦੇ ਵਿੱਚ ਗੁਰੂ ਸਾਹਿਬ ਨੇ ਕੁਝ ਸਾਡੀ ਜ਼ਿੰਦਗੀ ਦੇ ਵਿੱਚ ਅਜਿਹਾ ਪੁਆਇੰਟ ਦਿੱਤਾ ਗਾ, ਅਜਿਹੀ ਬਖਸ਼ਿਸ਼ ਕੀਤੀ ਆ, ਜਿਹਨੂੰ ਸੁਣਨ ਸਮਝਣ ਦੇ ਨਾਲ ਕਾਫੀ ਗਿਆਨ ਸਾਡੀ ਜ਼ਿੰਦਗੀ 'ਚ ਪ੍ਰਵੇਸ਼ ਹੋਣਾ। ਅੱਖਰ 2 ਹੀ ਨੇ, ਗੱਲਾਂ ਸਿਰਫ ਆਮ ਹੀ ਨੇ, ਪਰ ਉਹਦੇ ਵਿੱਚ ਸਿਧਾਂਤ ਆ, ਉਹਦੇ ਵਿੱਚ ਜਿਹੜੀ ਗਿਆਨ ਦੀ ਦਾਤ ਆ ਉਹ ਕਾਫੀ ਵੱਡੀ ਆ। ਉਹ ਗੱਲ ਕਿਹੜੀ ਕਹੀ ਆ ਪਾਤਸ਼ਾਹ ਨੇ? ਕਹਿੰਦੇ ਪਰਮਾਤਮਾ ਸਾਰਾ ਕੁਝ ਆਪ ਕਰਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਚੁੱਪ ਵੀ ਆਪ ਆ, ਬੋਲਦਾ ਵੀ ਆਪ ਆ, ਖਵਾ ਵੀ ਆਪ ਰਿਹਾ, ਆਸਰਾ ਵੀ ਉਹਦਾ ਗਾ, ਪੈਦਾ ਵੀ ਉਹੀ ਕਰਦਾ, ਮਾਰਦਾ ਵੀ ਉਹੀ ਆ, ਸਭ ਕੁਝ ਉਹੀ ਕਰਦਾ। ਅੱਛਾ, ਇੱਕ ਤਾਂ ਸਾਨੂੰ ਯਕੀਨ ਮੰਨ ਲੈਣਾ ਵੀ ਜੇ ਪੈਦਾ ਕਰਨ ਵਾਲਾ ਉਹ ਹੈ ਤਾਂ ਖਤਮ ਕਰਨ ਵਾਲਾ ਵੀ ਉਹੀ ਹੈ। ਤਾਂ ਸਾਡੀ ਜ਼ਿੰਦਗੀ 'ਚੋਂ ਸਾਨੂੰ ਡਰ ਆ ਜਿਹੜਾ ਉਹ ਨਹੀਂ ਲੱਗਣਾ ਚਾਹੀਦਾ। ਨਿਰਭਉ ਨਿਰਵੈਰ ਦੀ ਸਾਡੀ ਅਵਸਥਾ ਹੋਣੀ ਜ਼ਰੂਰੀ ਹੈ। ਪਰ ਅੱਜ ਦੇ ਅਜੋਕੇ ਵਕਤ ਵਿੱਚ ਬੰਦੇ ਤੋਂ ਹੀ ਬਹੁਤ ਡਰ ਰਿਹਾ ਹੈ। ਕੁਦਰਤੀ ਗੱਲ ਆ, ਸਾਡੇ ਸਮਾਜ ਵਿੱਚ ਅਜਿਹੀਆਂ ਬਿਮਾਰੀਆਂ, ਅਜਿਹੇ ਵਾਇਰਸ, ਅਜਿਹੇ ਮਤਲਬ ਕਿ ਪੱਖ ਆ ਗਏ ਜਿਹੜਾ ਬੰਦਾ ਆਪਣੇ ਪਰਿਵਾਰ ਤੋਂ, ਆਪਣੇ ਮਾਪਿਆਂ ਤੋਂ ਹੀ ਡਰ ਰਿਹਾ ਹੈਗਾ। ਮਤਲਬ ਡਰ ਸਾਡੇ ਅੰਦਰ, ਇਉਂ ਕਹਿ ਲਓ ਵੀ ਜਿਹੜੀ ਇੱਕ ਜੁਝਾਰੂ ਕੌਮ ਸੀ, ਮਤਲਬ ਕਿ ਉਹਦੇ ਅੰਦਰ ਡਰ ਨਾਂ ਦੀ ਚੀਜ਼ ਨਹੀਂ ਸੀ, ਨਾ ਤਾਂ ਅਧਿਆਤਮਕ ਤਲ ਤੇ ਨਾ ਹੀ ਸਰੀਰਕ ਤਲ ਤੇ ਡਰ ਨਾਂ ਦੀ ਚੀਜ਼ ਹੈ ਹੀ ਨਹੀਂ ਸੀ। ਪਰ ਉਹਨਾਂ ਨੂੰ ਇੱਕ ਦੂਜੇ ਤੋਂ ਹੀ ਡਰਨ ਲਾ ਦਿੱਤਾ। ਇਹ ਕਹਿ ਸਕਦੇ ਆ ਵੀ ਜਿਹੜਾ ਚਾਲਬਾਜ਼ ਮਨੁੱਖ ਸੀਗਾ, ਚਲਾਕ ਕਹਿ ਲਓ, ਜਿਹਨੂੰ ਸ਼ੈਤਾਨੀਅਤ ਦੇ ਨਾਮ ਨਾਲ ਜਾਣਿਆ ਜਾਂਦਾ ਗਾ, ਉਹਨੇ ਸਾਡੇ ਤੇ ਆਪਣਾ ਪ੍ਰਭਾਵ ਪਾ ਲਿਆ। ਆਪਾਂ ਨੂੰ ਪਤਾ ਨਾ ਵੀ ਜਦੋਂ ਦੂਜੇ ਮਨੁੱਖ ਦਾ ਆਪਣੇ ਤੇ ਪ੍ਰਭਾਵ ਪੈਂਦਾ ਤਾਂ ਉਹ ਪ੍ਰਭਾਵ ਪੈਣ ਦਾ ਇੱਕੋ ਇੱਕ ਮੇਨ ਕਾਰਨ ਹੁੰਦਾ ਵੀ ਸਾਡੇ ਕੋਲੇ ਉਹਦੇ ਤੇਜ਼ ਤਪ ਨੂੰ, ਉਹਦੇ ਪ੍ਰਭਾਵ ਨੂੰ ਕੱਟਣ ਦਾ ਕੋਈ ਤਰੀਕਾ ਨਹੀਂ ਹੈ। ਜਿਵੇਂ ਆਪਾਂ ਆਮ ਹੀ ਕਹਿੰਦੇ ਨੇ ਫਲਾਨਾ ਬੰਦਾ ਤਾਂ ਗੱਲਾਂ ਦੇ ਵਿੱਚੋਂ ਦੀ ਭਾਈ ਉੱਤੋਂ ਦੀ ਪੈ ਗਿਆ। ਇਥੋਂ ਸਿੱਧ ਕੀ ਹੋ ਗਿਆ ਵੀ ਜਿਹੜੇ ਬੰਦੇ ਦੇ ਜੀਵਨ ਵਿੱਚ ਜ਼ਿੰਦਗੀ ਨਾਲ ਸੰਬੰਧਿਤ ਵਿਚਾਰਾਂ ਦੇ ਵਿੱਚੋਂ ਦੀ ਕੋਈ ਉੱਤੋਂ ਦੀ ਪੈਂਦਾ ਤਾਂ ਮੂਹਰਲੇ ਬੰਦੇ ਕੋਲੇ ਕੁਝ ਗੱਲ ਕਰਨ ਦੇ ਲਈ ਮਟੀਰੀਅਲ ਹੈ ਹੀ ਨਹੀਂਗਾ, ਖਤਮ ਉਹਦੇ ਕੋਲੇ, ਤਾਂ ਉੱਤੋਂ ਦੀ ਪੈ ਗਿਆ। ਜੇ ਕੋਈ ਦੂਸਰਾ ਬੰਦਾ ਸਾਡੇ ਤੇ ਆਪਣੀ ਗੱਲ ਨੂੰ ਥੋਪ ਰਿਹਾ ਗਾ, ਪ੍ਰਭਾਵ ਪਾ ਰਿਹਾ ਗਾ, ਤਾਂ ਮੰਨਣਾ ਪਊਗਾ ਵੀ ਸਾਡੇ ਕੋਲੇ ਕੁਛ ਨਹੀਂ, ਅਸੀਂ ਖਾਲੀ ਆ। ਇਸੇ ਕਰਕੇ ਉਹ ਬੰਦਾ ਸਾਡੇ ਤੇ ਪ੍ਰਭਾਵ ਪਾ ਗਿਆ। ਹੁਣ ਜਿਹੜੀ ਗੱਲ ਇੱਥੇ ਕਹੀ ਆ ਵੀ ਉਹ ਪਰਮਾਤਮਾ ਦਾ ਹੁਕਮ ਆ, ਭਾਵੇਂ ਜੰਮਣ ਦਾ ਹੁਕਮ ਆ ਤੇ ਭਾਵੇਂ ਮਾਰਨ ਦਾ ਹੁਕਮ ਆ। ਸਾਰੀ ਗੱਲ ਦੇ ਵਿੱਚੋਂ ਇਹ ਨਿਚੋੜ ਇੱਥੇ ਤੱਕ ਨਿਕਲਿਆ। ਤੇ ਇੱਥੇ ਗੱਲ ਕੀ ਕਹੀ ਆ? ਸਭ ਕੁਝ ਜੇ ਪਰਮਾਤਮਾ ਕਰਦਾ ਹੈ ਤਾਂ, ਜੇ ਸਭ ਕੁਝ, ਇੱਥੇ ਇੱਕ ਪ੍ਰਸ਼ਨ ਬਣ ਗਿਆ, ਜੇ ਸਭ ਕੁਝ ਪਰਮਾਤਮਾ ਕਰਦਾ ਹੈ ਤਾਂ ਬੰਦਾ ਦੋਸ਼ੀ ਕਿਉਂ ਹੈ? 1 ਨੰਬਰ। ਨੰਬਰ 2 ਤੇ, ਜੇ ਬੰਦਾ ਕਰਦਾ ਹੈ, ਦੋਸ਼ ਬੰਦੇ ਨੂੰ ਲੱਗਦਾ ਹੈ, ਦੋਸ਼ੀ ਬੰਦਾ ਹੁੰਦਾ ਹੈ, ਤਾਂ ਫਿਰ ਪਰਮਾਤਮਾ ਕੀ ਕਰਦਾ? ਉਹਦਾ ਰੋਲ ਕੀ ਆ? ਤੇ ਉਹਦੇ ਬਾਰੇ ਸਾਨੂੰ ਦੱਸਦਾ ਵੀ ਪਰਮਾਤਮਾ ਹੀ ਸਭ ਕੁਝ ਕਰਦਾ ਗਾ। ਪਰ ਜਿਹੜੀ ਅਗਲੀ ਗੱਲ ਆ ਗਈ ਨਾ, ਉਹ ਇਹ ਕਹਿ ਦਿੱਤੀ, ਗੁਰੂ ਸਾਹਿਬ ਨੇ ਉਸ ਗੱਲ ਦਾ ਜਵਾਬ ਦਿੱਤਾ ਗਾ। ਕਹਿੰਦੇ ਉਹ ਪਰਮਾਤਮਾ ਆਪਣੇ ਤੇ ਗੱਲ ਨਹੀਂ ਲੈ ਕੇ ਆਉਂਦਾ। ਇੱਕ ਨਿਯਮ ਆ, ਉਹ ਵਾਹਿਗੁਰੂ ਦਾ, ਪਰਮੇਸ਼ਰ ਦਾ ਇੱਕ ਸਿਧਾਂਤ ਆ ਵੀ ਉਹ ਪਰਮਾਤਮਾ ਤੇ ਗੱਲ ਨਹੀਂ ਆਉਂਦੀ। ਬੇਸ਼ੱਕ ਅਸੀਂ ਕਹਿਣ ਮਾਤਰ ਕਹਿ ਦਿੰਦੇ ਹਾਂ,
ਬੇਸ਼ੱਕ ਅਸੀਂ ਆਪਣੀ ਆਵਾਜ਼ ਭਾਸ਼ਾ ਦੇ ਵਿੱਚ ਇਹ ਗੱਲ ਕਹਿ ਦਿੰਦੇ ਆ ਵੀ ਜੋ ਕੀਤਾ ਪਰਮਾਤਮਾ ਨੇ ਕੀਤਾ। ਬਹੁਤ ਜ਼ਿਆਦਾ ਵੱਡੇ ਪੱਧਰ ਤੇ ਆਪਾਂ ਇਹ ਕਹਿ ਸਕਦੇ ਗੱਲ ਸੱਚ ਆ ਵੀ ਪਰਮਾਤਮਾ ਨੇ ਕੀਤਾ, ਕੋਈ ਸ਼ੱਕ ਨਹੀਂ ਇਹਦੇ 'ਚ। ਪਰ ਉੱਥੇ ਕਿਤੇ ਨਾ ਕਿਤੇ ਜਾ ਕੇ ਜਿਹੜਾ ਦੋਸ਼ ਆ ਉਹ ਬੰਦੇ ਤੇ ਆ ਜਾਂਦਾ। ਦੱਦਾ ਦੋਸ਼ ਨਾ ਦਿਉ ਕਿਸੇ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਹੁਣ ਇੱਥੇ ਕੀ ਲਿਖਿਆ ਪਾਤਸ਼ਾਹ ਨੇ, ਪੰਜਵੇਂ ਪਾਤਸ਼ਾਹ ਨੇ ਲਿਖਿਆ ਗਾ, ਕਹਿੰਦੇ ਆਪ ਕਰਾਵਣ, ਉਹ ਕਰਨ ਕਰਾਵਣ ਵਾਲਾ ਆਪ ਹੈ, ਪਰ ਕਹਿੰਦੇ ਦੋਸ਼ ਨਾ ਲੈਣਾ, ਕਹਿੰਦੇ ਉਹ ਪਰਮਾਤਮਾ ਦੋਸ਼ੀ ਨਹੀਂ ਹੈ। ਚਾਹੇ ਹੁਕਮ ਪਰਮਾਤਮਾ ਦਾ, ਚਾਹੇ ਸਭ ਕੁਝ ਵਾਹਿਗੁਰੂ ਕਰ ਰਿਹਾ, ਚੰਗਾ ਮੰਦਾ ਕਰ ਰਿਹਾ, ਕਰਵਾ ਰਿਹਾ ਸਾਡੇ ਸੁਭਾਅ ਦੇ ਮੁਤਾਬਕ, ਪਰ ਦੋਸ਼ ਕਹਿੰਦੇ ਪਰਮਾਤਮਾ ਤੇ ਨਹੀਂ ਮੜਿਆ ਜਾਂਦਾ, ਦੋਸ਼ ਮਨੁੱਖੀ ਸਰੀਰ ਤੇ ਆ ਜਾਂਦਾ। ਉਹ ਆਪਾਂ ਪੰਕਤੀ ਦਾ ਅਸਰਾ ਵੀ ਲੈ ਲਿਆ, ਆਪ ਕਰਾਵਣ, ਕਰਨ ਕਰਾਉਣ ਵਾਲਾ ਆਪ ਹੈ, ਦੋਸ਼ ਨਾ ਲੈਣਾ, ਪਰ ਉਹ ਦੋਸ਼ੀ ਨਹੀਂ ਹੈ। ਇਹਦੇ ਵਿੱਚ ਆਪਾਂ ਨੂੰ ਕਲੀਅਰ ਹੀ ਪਤਾ ਵੀ ਪਰਮਾਤਮਾ ਕਿਸੇ ਕੰਮ 'ਚ ਵੀ ਦੋਸ਼ੀ ਨਹੀਂ ਹੈ, ਉਹਦੇ ਤੇ ਦਾਗ ਨਹੀਂ ਹੈ, ਉਹਦੇ ਤੇ ਕਿਸੇ ਤਰ੍ਹਾਂ ਦਾ ਧੱਬਾ ਨਹੀਂ ਹੈ। ਜੇ ਧੱਬਾ ਲੱਗਿਆ, ਜੇ ਦਾਗ ਲੱਗਿਆ, ਜੇ ਦੋਸ਼ ਲੱਗਿਆ ਤਾਂ ਉਹ ਸਾਡੇ ਤੇ ਦੋਸ਼ ਆ। ਉਹ ਆਪਾਂ ਪੰਕਤੀ ਵੀ ਪੜ੍ਹ ਲਈ, ਦੱਦਾ ਦੋਸ਼ ਨਾ ਦਿਉ ਕਿਸੇ, ਦੋਸ਼ ਕਰਮਾਂ ਆਪਣੇ, ਜੋ ਮੈਂ ਕੀਆ ਜੋ ਮੈਂ ਕਰ ਰਿਹਾ ਹਾਂ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਹੁਣ ਇੱਥੋਂ ਸਿੱਧ ਹੋ ਗਿਆ ਵੀ ਜੇ ਮੈਂ ਦੋਸ਼ੀ ਹਾਂ ਤਾਂ ਉਹ ਪਰਮਾਤਮਾ ਕੀ ਕਰਦਾ ਹੈ, ਉਹਦਾ ਰੋਲ ਕੀ ਹੈ ਮੇਰੀ ਜ਼ਿੰਦਗੀ 'ਚ, ਉਹ ਪਰਮਾਤਮਾ ਦਾ ਮੇਰੀ ਜ਼ਿੰਦਗੀ ਦੇ ਵਿੱਚ ਸੰਬੰਧ ਕੀ ਹੈਗਾ। ਤੇ ਇਹਦੇ ਬਾਰੇ ਸਾਨੂੰ ਗੁਰੂ ਨਾਨਕ ਸਾਹਿਬ ਤੋਂ ਪੁੱਛਣਾ ਪਊਗਾ। ਤੇ ਗੁਰੂ ਨਾਨਕ ਸਾਹਿਬ ਨੇ ਆਰੰਭਤਾ ਦੇ ਵਿੱਚ ਸਭ ਤੋਂ ਪਹਿਲਾਂ ਇਸੇ ਹੀ ਗੱਲ ਨੂੰ ਕਲੀਅਰ ਕੀਤਾ ਵੀ ਮਨੁੱਖ ਨੂੰ ਕੋਈ ਸ਼ੰਕਾ ਨਾ ਰਹੇ, ਤੇ ਮਨੁੱਖ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਾ ਰਹੇ। ਉਹ ਗੱਲ ਕਲੀਅਰ ਕਿਹੜੀ ਕੀਤੀ ਆ, ਜੋ ਆਪਾਂ ਰੋਜ਼ ਗੁਰੂ ਕੀ ਪਾਵਨ ਬਾਣੀ ਨੇ ਜਪਜੀ ਸਾਹਿਬ ਦੇ ਪਾਠ ਵਿੱਚ ਪੜ੍ਹਦੇ ਆ। ਕੀ ਪੜ੍ਹਦੇ ਆ? ਸਤਿਗੁਰੂ ਪਾਤਸ਼ਾਹ ਜੀ ਜ਼ਿਕਰ ਕਰਦੇ ਨੇ, ਕਹਿੰਦੇ ਐ ਮਨੁੱਖ ਸਭ ਤੋਂ ਪਹਿਲਾਂ ਤੇਰੇ ਦਿਮਾਗ ਦੇ ਵਿੱਚ, ਮਤਲਬ ਸਾਡੇ ਦਿਮਾਗ ਦੇ ਵਿੱਚ ਇਹ ਖਿਆਲ ਉਪਜਣਾ ਚਾਹੀਦਾ, ਪੈਦਾ ਹੋਣਾ ਚਾਹੀਦਾ, ਕਿਹੜਾ? ਵੀ ਮੈਂ ਇਸ ਧਰਤੀ ਤੇ ਆਇਆ ਹੋਇਆ ਹਾਂ ਤੇ ਮੈਂ ਆਪਣੀ ਜ਼ਿੰਦਗੀ ਨੂੰ, ਆਪਣੇ ਸਰੀਰ ਨੂੰ ਅਧਿਆਤਮਕ ਤਲ ਤੇ ਸਮਝਾਂ ਵੀ ਕੌਣ ਹਾਂ ਮੈਂ, ਕੀ ਕਰਨ ਆਇਆ ਹਾਂ। ਸਭ ਤੋਂ ਪਹਿਲਾਂ ਸਾਡੇ ਅੰਦਰ ਇਹ ਸਵਾਲ ਬਣਨਾ ਜ਼ਰੂਰੀ ਆ। ਹੋਰ ਸੌਖਾ ਕਰ ਲਓ ਇਸ ਗੱਲ ਨੂੰ, ਕੋਈ ਵੀ ਬੱਚਾ, ਚਾਹੇ ਕੋਈ ਛੋਟਾ ਪਰਿਵਾਰ ਆ ਤੇ ਚਾਹੇ ਕੋਈ ਵੱਡਾ ਪਰਿਵਾਰ ਆ, ਹਰ ਇੱਕ ਮਾਪਿਆਂ ਦੀ ਭਾਵਨਾ ਹੁੰਦੀ ਆ ਮੇਰਾ ਬੱਚਾ ਸਕੂਲ ਦੇ ਵਿੱਚ ਜਾਵੇ, ਜ਼ਰੂਰ ਪੜ੍ਹੇ। ਆਪਣੇ ਵੱਲੋਂ ਇੱਕ ਵਾਰੀ ਕੋਸ਼ਿਸ਼ ਸਭ ਦੀ ਹੁੰਦੀ ਆ, ਅੱਗੇ ਬੱਚਾ ਪੜ੍ਹੇ ਨਾ ਪੜ੍ਹੇ, ਸਕੂਲ ਜਾਵੇ ਨਾ ਜਾਵੇ, ਇੱਕ ਵਾਰੀ ਬੰਦਾ, ਕੋਈ ਵੀ ਮਾਪੇ ਨੇ ਟਰਾਈ ਜ਼ਰੂਰ ਕਰਦੇ ਨੇਗੇ। ਉਦੋਂ ਅੱਗੇ ਉਹ ਬੱਚਾ ਸਮਝੇ ਨਾ ਸਮਝੇ, ਪੜ੍ਹੇ ਨਾ ਪੜ੍ਹੇ, ਉਹਦੀ ਆਪਣੀ ਇੱਛਾ ਰਹਿ ਜਾਂਦੀ ਆ, ਪਰ ਉਹਦੇ ਚੋਂ ਮਾਤਾ ਪਿਤਾ ਬਰੀ ਹੋ ਜਾਂਦੇ ਆ ਵੀ ਤੂੰ ਨਾ ਕੱਲ ਨੂੰ ਕਵੀ ਮੈਨੂੰ ਪੜ੍ਹਾਇਆ ਨਹੀਂ ਗਾ, ਅਸੀਂ ਤਾਂ ਕੋਸ਼ਿਸ਼ ਕੀਤੀ ਸੀ ਭਾਈ, ਛੱਡ ਕੇ ਵੀ ਆਉਂਦੇ ਰਹੇ ਤੈਨੂੰ, ਸਾਰੀ ਮਿਹਨਤ ਕਰਦੇ ਰਹੇ ਆ, ਪੜ੍ਹਿਆ ਨਹੀਂ ਤਾਂ ਤੂੰ ਖੁਦ ਨਹੀਂ ਪੜ੍ਹਿਆਗਾ। ਇਸ ਗੱਲ ਨੂੰ ਆਪਾਂ ਗੁਰੂ ਨਾਨਕ ਸਾਹਿਬ ਦੇ ਬੋਲਾਂ ਤੱਕ ਲੈ ਕੇ ਜਾਣਾਗਾ। ਤਾਂ ਇੱਥੋਂ ਸਿੱਧ ਕੀ ਹੋ ਗਿਆ, ਦੁਨੀਆ ਇੱਕ ਸਕੂਲ ਆ। ਰੱਬ ਜੀ ਨੇ ਦੁਨੀਆ ਇੱਕ ਬਹੁਤ ਵੱਡਾ ਸਕੂਲ ਬਣਾਇਆ, ਇਸ ਸਕੂਲ ਦੇ ਵਿੱਚ ਸਭ ਨੂੰ ਮੌਕਾ ਦਿੱਤਾ ਉਹ ਪਰਮਾਤਮਾ ਨੇ। ਐਸੀ ਗੱਲ ਨਹੀਂ ਵੀ ਕਿਸੇ ਨੂੰ ਮੌਕਾ ਨਹੀਂ ਦਿੱਤਾਗਾ। ਜਿਹਨੂੰ ਆਪਾਂ ਚਾਂਸ ਕਹਿ ਦਈਏ, ਤੇ ਉਹ ਚਾਂਸ ਕਿੱਥੋਂ ਦਿੰਦਾਗਾ? ਕਈ ਵਾਰ ਆਪਾਂ ਉਹ ਚਾਂਸ ਨੂੰ ਇਦਾਂ ਪੜ੍ਹ ਲੈਂਦੇ ਆ, ਭਈ ਪ੍ਰਾਪਤ ਮਨੁੱਖ ਦੇ ਹੋਰੀ ਆ ਗੋਬਿੰਦ ਮਿਲਣ ਕੀ ਤੇਰੀ ਵਰੀ ਆ। ਉਹ ਚਾਂਸ ਨੂੰ ਆਪਾਂ ਆਹ ਲਫ਼ਜ਼ ਦੇ ਵਿੱਚ, ਆਹ ਰੂਪ ਦੇ ਵਿੱਚ ਪੜ੍ਹ ਲੈਂਦੇ ਆ ਵੀ ਰੱਬ ਨੂੰ ਮਿਲਣ ਦੀ ਤੇਰੀ ਵਾਰੀ ਆ ਭਾਈ। ਤੇ ਇੱਥੇ ਅੱਜ ਦੀ ਵਿਚਾਰ 'ਚ ਗੁਰੂ ਸਾਹਿਬ ਨੇ ਕਿਹਾ ਵੀ ਦੁਨੀਆ ਰੂਪੀ ਸਕੂਲ ਆ ਜਿਹੜਾ, ਇਹ ਦੁਨੀਆ ਰੂਪੀ ਸਕੂਲ ਦੇ ਵਿੱਚ ਆਉਣ ਦੇ ਲਈ ਪਰਮਾਤਮਾ ਨੇ ਸਭ ਨੂੰ ਟਾਈਮ ਦਿੱਤਾ। ਉਹਨੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਵੀ ਮੈਂ ਇੱਕ ਨੂੰ ਵਕਤ ਦੇ ਦਿੱਤਾ ਦੂਜੇ ਨੂੰ ਵਕਤ ਨਾ ਦੇਵਾਂ। ਹਾਂ, ਵਕਤ ਘੱਟ ਵੱਧ ਉਹ ਵਾਹਿਗੁਰੂ ਤੇ ਡਿਪੈਂਡ ਆ, ਉਹਦੇ ਬਾਰੇ ਸਾਡਾ ਕੋਈ ਆਪਣਾ ਵਿਚਾਰ ਨਹੀਂ ਹੈ, ਨਾ ਤੁਹਾਡਾ ਵਿਚਾਰ ਆ ਨਾ ਮੇਰਾ ਵਿਚਾਰ ਆ।
ਵੀ ਕਿਸੇ ਨੂੰ ਕਿੰਨਾ ਵਕਤ ਦਿੱਤਾ, ਕਿਸੇ ਨੂੰ ਕਿੰਨਾ ਵਕਤ ਦਿੱਤਾ। ਉਹ ਵਕਤ 10 ਸਾਲ ਦਾ ਹੋ ਸਕਦਾ, ਵਕਤ 20 ਸਾਲ ਦਾ ਹੋ ਸਕਦਾ, 100 ਸਾਲ ਦਾ ਹੋ ਸਕਦਾ। ਹੁਣ ਬੱਚੇ ਹੈ ਨਾ, ਕੋਈ 5 ਪੜ੍ਹ ਕੇ ਹਟ ਗਿਆ, ਕੋਈ 10 ਪੜ੍ਹ ਕੇ ਹਟ ਗਿਆ, ਕੋਈ 12 ਪੜ੍ਹ ਕੇ ਹਟ ਗਿਆ, ਕੋਈ ਪੜ੍ਹੀ ਜਾਂਦਾ ਸਾਰੀ ਉਮਰ। ਉਹ ਮਨੁੱਖੀ ਸੁਭਾਅ ਤੇ ਡਿਪੈਂਡ ਆਵੇ, ਮਨੁੱਖ ਕਿਵੇਂ ਕਿਵੇਂ ਚੱਲ ਰਿਹਾ ਗਾ। ਇਵੇਂ ਜਿਵੇਂ ਉਹ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨੇ ਮਨੁੱਖ ਨੂੰ ਸਾਰੀ ਧਰਤੀ ਇੱਕ ਸਕੂਲ ਬਣਾ ਕੇ, ਇਸ ਸਕੂਲ ਵਿੱਚ ਕੁਝ ਸਿੱਖਣ ਦੇ ਲਈ, ਗਿਆਨ ਪ੍ਰਾਪਤ ਕਰਨ ਦੇ ਲਈ, ਸਮਝਣ ਦੇ ਲਈ, ਜ਼ਿੰਦਗੀ ਨੂੰ ਸੋਹਣਾ ਬਣਾਉਣ ਦੇ ਲਈ ਇੱਕ ਚਾਂਸ ਦੇ ਦਿੱਤਾ, ਮੌਕਾ ਦੇ ਦਿੱਤਾ। ਹੁਣ ਬਹੁਤਿਆਂ ਦਾ ਉਹ ਮੌਕਾ ਖੁੰਝ ਗਿਆ, ਬਹੁਤਿਆਂ ਦਾ ਉਹ ਮੌਕਾ ਖੁੰਝ ਗਿਆ। ਉਹ ਸਕੂਲ ਦੇ ਵਿੱਚ ਆ ਕੇ ਸ਼ਰਾਰਤਾਂ ਕਰਨ ਲੱਗ ਗਏ, ਖੁੰਝ ਗਿਆ ਮੌਕਾ, ਹੱਥ ਉਹਨਾਂ ਦੇ ਨਿਕਲ ਗਿਆ। ਬਹੁਤਿਆਂ ਨੇ ਅਹਿਸਾਸ ਕੀਤਾ ਵੀ ਨਹੀਂ ਯਾਰ, ਮੈਨੂੰ ਮੌਕਾ ਮਿਲਿਆ, ਦੁਬਾਰਾ ਮੌਕਾ ਮਿਲੇ ਨਾ ਮਿਲੇ, ਫਿਰ ਟਾਈਮ ਵਕਤ ਮਿਲੇ ਨਾ ਮਿਲੇ, ਪਰ ਮੈਂ ਆਹ ਮਨੁੱਖਾ ਜ਼ਿੰਦਗੀ ਸਕੂਲ ਵਿੱਚ ਆਉਣ ਕਰਕੇ ਹੁਣ ਮੌਕੇ ਦੀ ਸੰਭਾਲ ਕਰਾਂ, ਸਮੇਂ ਦਾ ਮੈਂ ਪਾਬੰਦ ਹੋਵਾਂ, ਮੈਂ ਸਮੇਂ ਨੂੰ ਅਜਾਈ ਨਾ ਗਵਾਵਾਂ, ਸਮੇਂ ਦੀ ਕਦਰ ਕਰਾਂ। ਜਿਨ੍ਹਾਂ ਨੇ ਇਹ ਅਹਿਸਾਸ ਕਰ ਲਿਆ ਵੀ ਮੈਂ ਕੁਝ ਕਰਾਂ, ਫਿਰ ਗੁਰੂ ਸਾਹਿਬ ਜੀ ਕਹਿੰਦੇ ਨਾ, ਉਹ ਮਨੁੱਖ ਜ਼ਿੰਦਗੀ ਦੇ ਵਿੱਚ ਠੋਕਰਾਂ ਤੋਂ ਬਚਣਾ ਸ਼ੁਰੂ ਹੋ ਜਾਂਦੇ ਨੇ। ਉਹਨਾਂ ਦੀ ਜ਼ਿੰਦਗੀ 'ਚ ਗਿਰਾਵਟਾਂ ਨੇ ਜਿਹੜੀਆਂ, ਮੁਸ਼ਕਲਾਂ ਨੇ ਜਿਹੜੀਆਂ, ਉਹ ਖਤਮ ਹੋ ਜਾਂਦੀਆਂ ਨੇ। ਉਹਨਾਂ ਨੇ ਇਸ ਗੱਲ ਨੂੰ ਸਮਝ ਲਿਆ, ਕਿਸ ਗੱਲ ਨੂੰ, ਵੀ ਮੈਂ ਧਰਤੀ ਤੇ ਆ ਕੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ ਖਨਲੀ ਧੋਤੀ ਉਜਲੀ ਨਾ ਹੋ ਬਈ, ਜੇ ਸੋ ਧੋਵਣ ਪਾ। ਪਾਤਸ਼ਾਹ ਜੀ ਕਹਿੰਦੇ ਫਿਰ ਮੇਰੀ ਜਿਹੜੀ ਜਨਮਾਂ ਜਨਮੰਤਰਾਂ ਦੀ ਮੈਲ ਸੀ, ਉਹ ਮਨੁੱਖਾ ਜ਼ਿੰਦਗੀ ਦੇ ਵਿੱਚ ਆ ਕੇ ਲਹੇਗੀ, ਮੈਂ ਹੁਣ ਲਾ ਸਕਦਾ। ਇਦੋਂ ਬਾਅਦ ਮੁਸ਼ਕਲ ਆ ਵੀ ਮੇਰੀ ਇਹ ਜਨਮਾਂ ਜਨਮੰਤਰਾਂ ਦੀ ਮੈਲ ਆ ਜਿਹੜੀ ਲੈ ਜਾਵੇ, ਮੁੜ ਕੇ ਮੁਸ਼ਕਲ ਆ। ਫਿਰ ਹੋਰ ਸੌਖਾ ਨੇੜੇ ਹੋਰ ਵਗ ਗਿਆ, ਰੱਬ ਦੇ ਗਿਆਨ ਦੇ, ਪਰਮਾਤਮਾ ਦੀ ਬੋਲੀ ਦੇ, ਆਵਾਜ਼ ਦੇ, ਉਹਦੀ ਧੁਨ ਦੇ, ਉਹਦੀ ਲੈ ਦੇ, ਮਨੁੱਖ ਹੋਰ ਨੇੜੇ ਵਗ ਗਿਆ। ਕਿਉਂਕਿ ਜਦੋਂ ਆਪਾਂ ਨੂੰ ਕਿਸੇ ਦੀਆਂ ਗੱਲਾਂ ਚੰਗੀਆਂ ਲੱਗਣ ਲੱਗ ਜਾਣ ਨਾ, ਫਿਰ ਬੰਦਾ ਨੇੜੇ 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 ਹੁੰਦਾ ਹੁੰਦਾ ਇੱਕ ਦਿਨ ਉਸ ਮਨੁੱਖ ਦੇ ਵਿੱਚ ਇੱਕਮਿਕ ਹੋ ਜਾਂਦਾ, ਇੱਕਮਿਕ ਹੋ ਜਾਂਦਾ ਨਾ ਉਹਦੇ ਵਿੱਚ, ਤੇ ਦੂਸਰੇ ਮਨੁੱਖ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਇਸ਼ਾਰਾ ਲੈ ਲਓ, ਜਿਵੇਂ ਮਤੀ ਦਾਸ, ਸਤੀ ਦਾਸ, ਭਾਈ ਦਇਆਲਾ ਜੀ, ਇਸ਼ਾਰਾ ਹੀ ਆ ਬਸ। ਸ਼ਹਾਦਤਾਂ ਦੇਣ ਦੇ ਲਈ ਬਿਲਕੁਲ ਤਿਆਰ ਨੇ, ਤੇ ਸ਼ਹਾਦਤਾਂ ਦੇਣ ਤੋਂ ਪਹਿਲਾਂ ਜਿਹੜੇ ਜ਼ਾਲਮ ਨੇ, ਮੌਕੇ ਦੇ ਸਿਪਾਹੀ ਨੇ, ਜਿਨ੍ਹਾਂ ਦੀ ਡਿਊਟੀ ਲੱਗੀ ਆ, ਉਹ ਗੱਲਾਂ ਸੁਣਨ ਲੱਗ ਜਾਂਦੇ ਆ ਗੁਰੂ ਪਿਆਰਿਆਂ ਦੀਆਂ। ਜਾਂ ਇਹ ਵਾਕਾ ਮਨੀ ਸਿੰਘ ਵਰਗਿਆਂ ਨਾਲ ਜੋੜ ਕੇ ਆਪਾਂ ਵੇਖ ਸਕਦੇ ਹਾਂ, ਰੱਬ ਦੇ ਪਿਆਰਿਆਂ ਨਾਲ, ਰੱਬੀ ਰੂਹਾਂ ਦੇ ਨਾਲ ਮਿਲ ਕੇ ਵੇਖ ਸਕਦੇ ਹਾਂ। ਜਦੋਂ ਗੱਲਾਂ ਪੈ ਜਾਂਦੇ ਆ ਨਾ, ਤੇ ਗੱਲਾਂ ਰੱਬ ਦੇ ਪਿਆਰਿਆਂ ਦੀਆਂ ਇੰਨੀਆਂ ਵਧੀਆ ਲੱਗਦੀਆਂ ਨੇ, ਉਹ ਕੀ ਕਹਿੰਦੇ ਨੇ, ਤੁਸੀਂ ਗੱਲਾਂ ਹੋਰ ਸੁਣਾਓ, ਸਾਨੂੰ ਤੁਹਾਡੀਆਂ ਗੱਲਾਂ ਬੜੀਆਂ ਵਧੀਆ ਲੱਗਦੀਆਂ ਨੇ। ਅਸੀਂ ਤਾਂ ਨਾ ਉਹੀ ਆਪਣਾ ਜ਼ਿੰਦਗੀ ਦਾ ਜਿਹੜਾ ਪੱਖਾ ਅੰਧੇਰ ਵਿੱਚ ਹੀ ਖਰਾਬ ਕਰ ਰਹੇ ਹਾਂ। ਅਸਲ ਚਾਨਣ ਤਾਂ, ਅਸਲ ਗਿਆਨ ਤਾਂ, ਅਸਲ ਦੁੱਧ ਤਾਂ ਤੁਹਾਡੇ ਕੋਲੇ ਆ। ਹਾਲਾਂਕਿ ਭਾਵੇਂ ਉਹ ਲੋਕ ਨੇ ਜਿਨ੍ਹਾਂ ਨੇ ਬਿੰਦ ਝੱਟ ਤੱਕ ਵੱਢ ਦੇਣਾ, ਖਤਮ ਕਰ ਦੇਣਾ, ਪਰ ਇੱਕ ਵਾਰੀ ਇਸ਼ਾਰਾ ਕੀ ਕਰਦੇ ਆ, ਤੁਹਾਡੀਆਂ ਗੱਲਾਂ ਬੜੀਆਂ ਵਧੀਆ ਲੱਗਦੀਆਂ। ਹੁਣ ਅੰਦਰ ਬੋਲਦਾ ਕੌਣ ਸੀ? ਰੱਬ। ਦੂਜੇ ਪਾਸੇ ਜ਼ਾਲਮ, ਜਲਾਦ, ਉਹ ਕੁਛ ਕਹਿ ਰਹੇ ਨੇ, ਕੀ ਕਹਿੰਦੇ, ਹੋਰ ਸੁਣਾ। ਇੱਥੋਂ ਸਿੱਧ ਕੀ ਹੁੰਦਾਗਾ ਵੀ ਇਹ ਇੱਕ ਨਹੀਂ ਕਹਾਣੀ, ਅਨੇਕਾਂ ਕਹਾਣੀਆਂ ਨੇ, ਜਿੱਥੇ ਕਿ ਮਨੁੱਖੀ ਸਰੀਰ ਦੇ ਵਿੱਚੋਂ ਆ ਰਹੀ ਆਵਾਜ਼ ਹੋਵੇ, ਉਹ ਅੰਦਰ ਦੀ ਆਵਾਜ਼, ਉਹਨੂੰ ਸੁਣਦਾ ਸੁਣਦਾ ਮਨੁੱਖ ਇੱਕਮਿਕ ਹੋ ਜਾਂਦਾ, ਭਾਵ ਆਪਣੇ ਆਪ ਨੂੰ ਬਦਲ ਲੈਂਦਾ ਹੈ ਬੰਦਾ। ਸਤਿਗੁਰੂ ਪਾਤਸ਼ਾਹ ਨੇ ਇੱਥੇ ਇਸ਼ਾਰਾ ਕੀ ਕੀਤਾ, ਫਿਰ ਜਦੋਂ ਬੰਦੇ ਨੂੰ ਪਤਾ ਲੱਗ ਗਿਆ ਨਾ ਵੀ ਮੈਨੂੰ ਮੌਕਾ ਮਿਲਿਆ, ਇੱਕੋ ਹੀ ਮੌਕਾ ਮਿਲਿਆ, ਇਹ ਮੁੜ ਕੇ ਦੁਬਾਰਾ ਕੋਈ ਚਾਂਸ ਹੈ ਹੀ ਨਹੀਂਗਾ। ਇੱਕ ਤਾਂ ਪਾਣੀ ਦੀ ਵਾਰੀ ਹੈ ਵੀ 7ਵੇਂ ਦਿਨ ਆਈ ਜਾਣੀ ਹੈ, ਚਾਂਸ ਹੈਗਾ ਵੀ ਜੇ ਚੱਲ ਐਤਕੀ ਦੀ ਵਾਰੀ ਲੰਘ ਗਈ ਤਾਂ ਕੋਈ ਗੱਲ ਨਹੀਂ, ਗਾਹਾਂ ਨੂੰ ਆਜੂ ਹਫ਼ਤੇ ਬਾਅਦ, ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਵੀ ਆਪਣੀ ਵਾਰੀ ਹੈ, ਲਾਈਨ 'ਚ ਲੱਗੇ ਹੋਏ ਆ, ਇੱਕ ਵਾਰੀ ਲਾਈਨ 'ਚੋਂ ਵਾਰੀ ਕੱਟੀ ਗਈ, ਕੋਈ ਗੱਲ ਨਹੀਂ, ਤਾਂ ਕੀ ਦੁਬਾਰਾ ਆ ਜਾਊਗੀ। ਪਰ ਜਿਹੜੀ ਆ ਮਨੁੱਖਾ ਸਰੀਰ ਦੀ ਲਾਈਨ ਲੱਗੀ ਹੋਈ ਹੈ ਨਾ, ਇਹ ਵਾਰੀ ਜਦੋਂ ਕੱਟੀ ਗਈ ਸ਼ਾਇਦ ਦੁਬਾਰਾ ਮੁੜ ਕੇ ਨਾ ਆਵੇ, ਕੋਈ ਚਾਂਸ ਹੈ ਹੀ ਨਹੀਂਗਾ। ਫਿਰ ਪਾਤਸ਼ਾਹ ਜੀ ਕਹਿੰਦੇ ਜਦੋਂ ਬੰਦੇ ਦੀ ਅਵਸਥਾ ਬਣ ਗਈ ਵੀ ਮੈਂ ਦੁਨੀਆ ਰੂਪੀ ਸਕੂਲ ਦੇ ਵਿੱਚ ਆਇਆ ਤੇ ਇੱਥੇ ਆ ਕੇ ਕੁਝ ਕਰਨਾ, ਕੁਝ ਸਿੱਖਣਾਗਾ, ਤੇ ਫਿਰ ਪਾਤਸ਼ਾਹ ਜੀ ਕਹਿੰਦੇ ਇਹਦੇ ਅੰਦਰ ਨਾ ਖਿਆਲ ਬਣਦਾ, ਕਿਵ ਸਚਿਆਰਾ ਹੋਈ ਹੈ,
ਜਿੱਥੇ ਆਪਾਂ ਪਹੁੰਚਣਾ ਸੀ। ਕਿਵ ਕੂੜੈ ਟੁੱਟੈ ਪਾਲ, ਮੇਰੇ ਅੰਦਰੋਂ ਕਿਵੇਂ ਕੂੜ ਦੀ ਕੰਧ ਟੁੱਟੇ। ਮੈਂ ਸਚਿਆਰਾ ਬਣਨ ਆਇਆ ਸਕੂਲ ਦੇ ਵਿੱਚ। ਹੁਣ ਆਪਾਂ ਕਿਸੇ ਬੱਚੇ ਨੂੰ ਪੁੱਛੀਏ, ਚਲੋ ਅੱਜ ਦੇ ਸਮੇਂ ਮੁਤਾਬਕ ਤਾਂ ਸਾਡਾ ਜਿਹੜਾ ਜੀਵਨ ਦਾ ਖਲਾਰਾ ਗਾ ਉਹ ਬਹੁਤ ਉਲਟ ਪੈ ਗਿਆ, ਸਿਸਟਮ ਜਿਹੜਾ ਟੋਟਲੀ ਸਾਰਾ ਵਿਗੜਿਆ ਪਿਆ ਗਾ। ਤੇ ਜੇ ਆਪਾਂ ਉਦਾਂ ਪੁੱਛੀਏ ਨਾ ਮਾਪਿਆਂ ਨੂੰ, ਬੱਚਿਆਂ ਨੂੰ, ਵੀ ਤੁਸੀਂ ਆਪਣੇ ਬੱਚਿਆਂ ਨੂੰ ਸਕੂਲ 'ਚ ਕਿਉਂ ਭੇਜਦੇ ਹੋ, ਕਹਿੰਦੇ ਸਿਆਣੇ ਬਣ ਜਾਣਗੇ ਮਾੜੇ ਮੋਟੇ। ਚਲੋ ਇੱਕ ਅਲੱਗ ਵਿਸ਼ਾ, ਬਾਅਦ ਸਾਡੀ ਭਾਵਨਾ ਹੈ ਵੀ ਚੰਗੀ ਨੌਕਰੀ ਤੇ ਲੱਗ ਕੇ ਪੈਸੇ ਕਮਾਵੇ, ਪੈਸੇ ਕਮਾਉਣ ਵਾਲੀ ਮਸ਼ੀਨ ਬਣ ਜੇ ਮੇਰਾ ਪੁੱਤ ਜਾਂ ਮੇਰੀ ਧੀ। ਹੁਣ ਉੱਥੇ ਇੱਕ ਬੋਲੀ ਕੀ ਆ ਸਾਡੀ ਸਾਰਿਆਂ ਦੀ ਰਲਮੀ, ਵੀ ਸਿਆਣਾ ਬਣ ਜੇ ਤਾਂ ਹੀ ਕਰਕੇ ਭਾਈ ਸਕੂਲ ਦੇ ਵਿੱਚ ਭੇਜ ਦਿੰਦੇ ਆ। ਹੁਣ ਗੁਰੂ ਨੂੰ ਆਪਾਂ ਪੁੱਛੀਏ ਅਸੀਂ ਇੱਥੇ ਆਹ ਸਕੂਲ 'ਚ ਕਿਉਂ ਆਏ ਆ, ਗੁਰੂ ਸਾਹਿਬ ਕਹਿੰਦੇ ਸਿਆਣੇ ਬਣ ਨਹੀਂ ਆਏ ਹੋ ਤੁਸੀਂ, ਆਹ ਵੱਡਾ ਸਕੂਲ ਆ। ਜਿਹੜਾ ਸੰਸਾਰ ਆ ਨਾ ਇਹ ਬਹੁਤ ਵੱਡਾ ਸਕੂਲ ਹੈਗਾ, ਇਹਦੇ ਵਿੱਚ ਸਚਿਆਰੇ ਬਣਨ ਆਏ ਆਪਾਂ। ਤੇ ਜਿਹੜਾ ਸਚਿਆਰਾ ਨਹੀਂ ਬਣਿਆ, ਚੇਤਾ ਰੱਖਿਓ, ਸਚਿਆਰ ਤੋਂ ਸਾਡੇ ਜੀਵਨ ਦਾ ਜਿਹੜਾ ਅਗਲਾ ਅੱਡਾ ਨਾ, ਅਗਲਾ ਸਟੈਪ ਹੈਗਾ, ਉਹ ਆਪਾਂ ਨੂੰ ਪਤਾ ਗਾ ਗੁਰੂ ਦੀ ਵਿਚਾਰ ਤੱਕ ਹੈਗਾ। ਗੁਰੂ ਦੇ ਸ਼ਬਦ ਦੀ ਵਿਚਾਰ ਤੱਕ ਅਸੀਂ ਪਹੁੰਚਣਾ, ਸਚਿਆਰ ਤੋਂ ਵਿਚਾਰ ਤੱਕ ਜ਼ਰੂਰ ਪਹੁੰਚਣਾਗਾ। ਹੁਣ ਪਾਤਸ਼ਾਹ ਜੀ ਕਹਿੰਦੇ ਫਿਰ ਇੱਥੇ ਮਨੁੱਖ ਨੇ ਸਮਝ ਲਿਆ, ਸਿਆਣੇ ਨੇ, ਵੀ ਮੈਂ ਸਚਿਆਰਾ ਬਣਨ ਆਇਆਗਾ। ਜਿਹਨੂੰ ਸਮਝ ਆ ਗਈ ਕਿਵ ਸਚਿਆਰਾ ਹੋਈ ਹੈ, ਕਿਵੇਂ ਮੈਂ ਸਚਿਆਰਾ ਹੋਵਾਂ, ਆਇਆ ਤਾਂ ਹਾਂ ਪਰ ਹੋਵਾਂ ਕਿਵੇਂ। ਫਿਰ ਪਾਤਸ਼ਾਹ ਜੀ ਕਹਿੰਦੇ ਕਿਵ ਕੂੜੈ ਟੁੱਟੈ ਪਾਲ, ਮੇਰੇ ਜੀਵਨ ਵਿੱਚ, ਮੇਰੇ ਭਾਵ ਅੰਦਰ ਮਨਮਤ ਦੀ, ਵਿਸ਼ੇ ਵਿਕਾਰਾਂ ਦੀ, ਗਲਤ ਭਾਵਨਾ ਦੀ ਕੰਧ ਬਣੀ ਹੋਈ ਹੈ। ਇੱਕ ਜਿਹੜੀ ਕੰਧ ਬਣੀ ਹੋਈ ਹੈ ਨਾ, ਜਿਹੜਾ ਪਰਦਾ ਬਣਿਆ ਹੋਇਆ, ਜਿਹੜੀ ਕੂੜੇ ਦੀ ਢੇਰੀ ਲੱਗੀ ਹੋਈ ਆ, ਰੂੜੀ ਲੱਗੀ ਹੋਈ ਆ, ਉਹਨੂੰ ਮੈਂ ਚੱਕਣਾਗਾ। ਉਹ ਕੰਧ ਢਾਉਣੀ ਆ, ਉਹ ਪਰਦਾ ਪਾੜਨਾਗਾ ਤੇ ਉਹ ਰੂੜੀ ਮੈਂ ਚੱਕਣੀ ਆ। ਮੇਰਾ ਮਕਸਦ, ਮੇਰੀ ਜ਼ਿੰਦਗੀ ਦਾ ਮੇਨ ਸਭ ਤੋਂ ਵੱਡਾ ਕਾਰਜ ਆਹਾ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਉਹ ਕਿਵੇਂ ਟੁੱਟੂਗੀ, ਉਹ ਪਰਦਾ ਕਿਵੇਂ ਫਟੂਗਾ, ਉਹ ਕੰਧ ਕਿਵੇਂ ਢਹੂਗੀ, ਉਹ ਰੂੜੀ ਕਿਵੇਂ ਚੱਕੀ ਜਾਊ। ਫਿਰ ਪਾਤਸ਼ਾਹ ਜੀ ਕਹਿੰਦੇ ਆ ਇੱਕ ਤਰੀਕੇ ਨਾਲ ਚੱਕੀ ਜਾਣੀ ਹੈ, ਇੱਕੋ ਹੀ ਤਰੀਕਾ ਬਸ, ਦੂਜਾ ਹੋਰ ਕੋਈ ਵੀ ਤਰੀਕਾ ਨਹੀਂ ਹੈ ਵੀ ਜਿਹੜਾ ਤੂੰ ਦੂਜਾ ਤਰੀਕਾ ਅਪਣਾ ਲਵੇਂ। ਦੂਜੇ ਦਾ ਸਾਰੇ ਤਰੀਕੇ ਜਿੰਨੇ ਵੀ ਦੁਨੀਆ ਨੇ ਦਿੱਤੇ ਨੇ, ਸਾਰਿਆਂ ਤੇ ਗੁਰੂ ਸਾਹਿਬ ਨੇ ਕਾਟੀ ਮਾਰ ਦਿੱਤੀ ਵੀ ਦੂਜਾ ਤਰੀਕਾ ਸਾਰਾ ਫੇਲ ਆ। ਇੱਕੋ ਹੀ ਤਰੀਕਾ ਕਿਹੜਾ, ਹੁਕਮ ਰਜ਼ਾਈ ਚੱਲਣਾ। ਉਹ ਪਰਮੇਸ਼ਰ ਪਰਮਾਤਮਾ ਦੇ ਭਾਣੇ ਵਿੱਚ ਰਹਿੰਦਿਆਂ ਹੋਇਆਂ, ਹੁਕਮ ਦੇ ਵਿੱਚ ਰਹਿੰਦਿਆਂ ਹੋਇਆਂ, ਉਹਦੀ ਰਜ਼ਾ ਵਿੱਚ ਰਹਿੰਦਿਆਂ ਹੋਇਆਂ। ਇੱਥੇ ਆਪਾਂ ਨਾ ਇੱਕ ਥੋੜਾ ਜਿਹਾ ਵਾਹਿਗੁਰੂ ਕਿਰਪਾ ਕਰੇ ਧਿਆਨ ਚ ਪੁਆਇੰਟ ਨੋਟ ਕਰ ਲਈਏ। ਕਈ ਵਾਰ ਆਪਾਂ ਪੜ੍ਹਦੇ ਜਦੋਂ ਹੁਕਮ ਰਜ਼ਾਈ ਕਹਿ ਦਿੰਦੇ ਆ, ਰਜ਼ਾਈ ਇੱਕ ਰਜ਼ਾਈ ਉੱਤੇ ਲੈਣ ਵਾਲੀ ਹੁੰਦੀ ਆ, ਉਹ ਰਜ਼ਾਈ ਦੀ ਇੱਥੇ ਗੱਲ ਨਹੀਂ। ਇੱਥੇ ਹੁਕਮ ਰਜ਼ਾਈ ਮਤਲਬ ਜੱਜੇ ਪੈਰ ਵਿੱਚ ਵਿੰਦੀ ਲੱਗ ਜਾਂਦੀ ਆ, ਰਜ਼ਾਈ। ਥੋੜਾ ਜਿਹਾ ਇਉਂ ਕਹਿ ਲਓ ਮੂੰਹ ਨੂੰ ਖੋਲ ਕੇ, ਜੀਭ ਦੱਬ ਕੇ ਬੋਲਣਾ ਪੈਂਦਾ। ਹੁਕਮ ਰਜ਼ਾਈ ਚੱਲਣਾ ਭਾਵ ਅਸੀਂ ਉਹਦੀ ਰਜ਼ਾ ਵਿੱਚ ਚੱਲਣਾਗਾ। ਉਹਦੀ ਰਜ਼ਾ ਵਿੱਚ ਤੁਰਦਿਆਂ ਫਿਰ ਕੀ ਆ, ਅਸੀਂ ਆਪਣੇ ਅੰਦਰੋਂ ਕੂੜ ਦੀ ਕੰਧ ਤੋੜ ਲਵਾਂਗੇ ਭਾਈ। ਜਦੋਂ ਕੂੜ ਦੀ ਕੰਧ ਟੁੱਟ ਗਈ, ਉਹ ਢੇਰੀ ਚੱਕੀ ਗਈ, ਪਰਦਾ ਫਟ ਗਿਆ, ਫਿਰ ਕੀ ਆ, ਫਿਰ ਮੈਂ ਉਹ ਮਾਲਕ ਦੀ ਨਿਗਾਹ 'ਚ ਪਾਸ ਹੋ ਜਾਵਾਂਗਾ, ਕਬੂਲ ਹੋ ਜਾਵਾਂਗਾ। ਫਿਰ ਮੈਂ ਕਦੇ ਵੀ ਦੋਸ਼ੀ ਨਹੀਂ ਹੋਵਾਂਗਾ। ਮੇਰੇ ਸਾਰੇ ਦੋਸ਼ ਕੱਟੇ ਗਏ। ਸਭ ਤੋਂ ਵੱਡਾ ਦੋਸ਼ ਹੀ ਮੈਨੂੰ ਇਹ ਆ, ਮੰਨ ਲਵੋ ਮਨੁੱਖ ਨੂੰ ਸਭ ਤੋਂ ਵੱਡਾ ਦੋਸ਼ ਆ ਜਿਹੜਾ, ਉਹ ਕਿਹੜਾ ਲੱਗਿਆ ਹੋਇਆ, ਸਭ ਤੋਂ ਵੱਡਾ ਦੋਸ਼ ਰੱਬ ਦੀ ਰਜ਼ਾ ਵਿੱਚ ਨਾ ਰਹਿਣਾ। ਅੱਜ ਦੇ ਸਮੇਂ 'ਚ ਮਤਲਬ ਉਦਾਹਰਨ ਲਾ ਲਓ ਵੀ ਅੱਜ ਸਾਡੇ ਤੇ ਹਦਾਇਤਾਂ ਥੋਪੀਆਂ ਗਈਆਂ, ਘਰੋਂ ਬਾਹਰ ਨਹੀਂ ਨਿਕਲਣਾ, ਮੂੰਹ ਬੰਨ੍ਹ ਕੇ ਰੱਖਣਾਗਾ, ਹੱਥ ਵਾਰ-ਵਾਰ ਧੋਣੇ ਆ, ਹੱਥ ਮਿਲਾਉਣਾ ਨਹੀਂ, ਕਿਸੇ ਨਾਲ ਬੋਲਚਾਲ ਨਹੀਂ ਕਰਨੀ ਗੀ। ਅੱਛਾ, ਜਿਹੜਾ ਇਹਨਾਂ ਹਦਾਇਤਾਂ ਦੀ ਪਾਲਣਾ ਨਾ ਕਰੇ ਕੀ ਹੁੰਦਾ ਅੱਜ ਦੇ ਸਮੇਂ 'ਚ, ਉਹ ਆਪਾਂ ਨੂੰ ਪਤਾ ਹੀ ਆ। ਰਸਤੇ ਵਿੱਚ ਜਾਂਦੇ ਆ, ਕਿਸੇ ਤਰ੍ਹਾਂ ਦੀ ਇਦਾਂ ਦੀ ਹਦਾਇਤ ਦੀ ਆਪਾਂ ਪਾਲਣਾ ਨਾ ਕਰੀਏ, ਕੀ ਹੁੰਦਾਗਾ, ਬਸ ਸਾਡੇ ਤੇ ਕੋਈ ਨਾ ਕੋਈ ਦੋਸ਼ ਮੜ ਕੇ ਚਲਾਨ ਕੱਟਿਆ ਜਾਂਦਾ। ਦੋਸ਼ ਕੋਈ ਮੜਿਆ ਜਾਵੇ ਵੀ ਤੂੰ ਆਹ ਹਦਾਇਤ ਦੀ ਪਾਲਣਾ ਨਹੀਂ ਕੀਤੀ, ਉੱਥੇ ਅਸੀਂ ਦੋਸ਼ੀ ਆ। ਉਹ ਕਾਨੂੰਨ ਦੇ ਤਹਿਤ ਜਿਹੜੀ ਕਾਨੂੰਨ ਬਣਾਉਣ ਵਾਲੀ ਸਰਕਾਰ ਆ, ਚਲੋ ਉਹ ਇੱਕ ਚਾਹੇ ਡਰਾਮਾ ਚਾਹੇ ਅਸਲੀਅਤ ਆ, ਉਹਦੇ ਨਾਲ ਸਾਡਾ ਕੋਈ ਮਤਲਬ ਨਹੀਂ। ਪਰ ਜੇ ਆਪਾਂ ਕਾਨੂੰਨ ਦੇ ਦਾਇਰੇ ਦੇ ਵਿੱਚੋਂ ਬਾਹਰ ਨਿਕਲ ਗਏ ਤਾਂ ਅਸੀਂ ਦੋਸ਼ੀ ਆ। ਇਵੇਂ ਜਿਵੇਂ ਰੱਬ ਦਾ ਕਾਨੂੰਨ ਆ ਇੱਕ ਦਾਇਰਾ,
ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਆਪਾਂ ਉਹਦੇ ਦਾਇਰੇ ਤੋਂ ਬਾਹਰ ਨਿਕਲ ਗਏ, ਅਸੀਂ ਦੋਸ਼ੀ ਆ, ਫਿਰ ਸਾਡਾ ਇਹ ਦੋਸ਼ ਦੁਨੀਆ ਦੇ ਵਿੱਚ ਕਿਤੇ ਵੀ ਕੱਟਿਆ ਨਹੀਂ ਜਾਂਦਾ। ਸਾਡਾ ਇਹ ਦਾਗ, ਸਾਡਾ ਇਹ ਮੈਲਾਪਣ ਕਿਤੇ ਨਹੀਂ ਕੱਟਿਆ ਜਾਂਦਾ। ਇਹ ਮੈਲਾਪਣ ਰੱਬ ਦੀ ਰਜ਼ਾ ਵਿੱਚ ਰਹਿ ਕੇ, ਗੁਰੂ ਦੇ ਹੁਕਮ ਵਿੱਚ ਰਹਿ ਕੇ, ਪਰਮਾਤਮਾ ਦੇ ਭਾਣੇ ਵਿੱਚ ਰਹਿ ਕੇ ਹੀ ਕੱਟਿਆ ਜਾਂਦਾ ਹੈ। ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਮਨੁੱਖ ਨਾ ਹੁਕਮ ਮੰਨਣ ਕਰਕੇ ਦੋਸ਼ੀ ਆ ਭਾਈ। ਆਪਣਾ ਪ੍ਰਸ਼ਨ ਸੀ ਵੀ ਬੰਦਾ ਦੋਸ਼ੀ ਕਿਉਂ ਆ, ਇਹਦਾ ਕਾਰਨ ਕੀ ਹੈ, ਇਹਦੀ ਵਜ੍ਹਾ ਕੀ ਆ। ਬੰਦਾ ਦੋਸ਼ੀ ਇਸ ਕਰਕੇ ਹੈ, ਗੁਰੂ ਸਾਹਿਬ ਜੀ ਕਹਿੰਦੇ ਭਾਈ ਇਹਨੇ ਰੱਬ ਦਾ ਹੁਕਮ, ਰੱਬ ਦੀ ਰਜ਼ਾ ਦਾ ਪਾਲਣਾ ਨਹੀਂ ਕੀਤਾਗਾ, ਉਹਦੇ ਹੁਕਮ ਤੋਂ ਇਹ ਬਾਹਰ ਰਿਹਾ। ਇਹਨੇ ਆ ਦੁਨੀਆ ਦੇ ਸਕੂਲ ਵਿੱਚ ਆ ਕੇ ਨਾ ਪੜ੍ਹਾਈ ਨਹੀਂ ਕੀਤੀ ਗਈ। ਇਹਨੇ ਆ ਦੁਨੀਆ ਦੇ ਸਕੂਲ ਵਿੱਚ ਆ ਕੇ, ਦੁਨੀਆ ਦਾ ਸਕੂਲ ਕਿਹਨੇ ਬਣਾਇਆ ਸੀ? ਪਰਮਾਤਮਾ ਨੇ। ਰੱਬ ਜੀ ਦੇ ਬਣਾਏ ਹੋਏ ਸਕੂਲ ਵਿੱਚ ਆ ਕੇ ਇਹਨੇ ਆਪਣੀ ਜ਼ਿੰਦਗੀ ਦੀ ਕਿਤਾਬ ਕੰਪਲੀਟ ਨਹੀਂ ਕੀਤੀ ਗਈ। ਬਸ ਟੌਰਾ ਫੋਰਾ 'ਚ ਫਿਰਦਾ ਰਿਹਾ, ਗਲਤ ਕੰਮਾਂ ਦੇ ਵਿੱਚ ਫਿਰਦਾ ਰਿਹਾ। ਭੇਜਿਆ ਸੀ ਲਾਹਾ ਖੱਟਣ ਦੇ ਲਈ, ਲਾਹਾ ਖੱਟਣ ਦੀ ਬਜਾਏ ਇਹ ਦੋਸ਼ੀ ਹੋਰ ਪੜਿਆ। ਕੈਨੇਡਾ ਅਮਰੀਕਾ ਭੇਜਿਆ ਤਾਂ ਇਸਨੇ ਜਾ ਕੇ ਕੰਮ ਕਰੀ, ਘਰਦਿਆਂ ਨੂੰ ਸੌਖੇ ਕਰੀ, ਮਾੜਾ ਮੋਟਾ 20-50 ਲੱਖ ਲਵਾ ਕੇ ਗਿਆਗਾ, ਇਹ ਲਾ ਦੀ 2 ਸਾਲ 4 ਸਾਲਾਂ 'ਚ। ਪਰ ਹੁੰਦਾ ਕੀ ਆ, ਬਾਹਰ ਵੀ ਬੈਠਾ ਗਾ ਤੇ ਘਰੋਂ ਜ਼ਮੀਨ ਵੀ ਜਾਈ ਜਾਂਦੀ ਆ। ਇਦਾਂ ਦੇ ਹਾਲਾਤ ਹੀ ਆ ਨਾ। ਦੇਖੋ ਗਲਤ ਨਹੀਂ ਬੋਲੇ ਆਪਾਂ, ਨਿਗਾਹ ਮਾਰ ਕੇ ਵੇਖਿਓ। ਸਿਆਣਾ ਉਹ ਆ ਜਿਹਨੇ ਭਾਵ ਕੁਛ ਕੀਤਾ, ਅਹਿਸਾਸ ਕੀਤਾ ਵੀ ਜੇ ਮੈਂ ਆਇਆ ਤਾਂ ਮੈਂ ਲਾਹਾ ਖੱਟਾਂ, ਜੇ ਮੈਂ ਆਇਆ ਤਾਂ ਉੱਥੇ ਲਾਹਾ ਖੱਟਾਂ। ਇਵੇਂ ਜਿਵੇਂ ਆ ਦੁਨੀਆ ਦੇ ਵਿੱਚ ਹਰ ਇੱਕ ਮਨੁੱਖ ਨੂੰ ਅਧਿਕਾਰ ਆਉਣ ਦਾ ਮਿਲਿਆ, ਤੇ ਇੱਥੇ ਆ ਕੇ ਇਹ ਨਹੀਂ ਗਾ ਵੀ ਅਸੀਂ ਦੋਸ਼ੀ ਬਣ ਕੇ ਜਾਣਾ, ਦਾਗੀ ਬਣ ਕੇ ਜਾਣਾ, ਸਾਡੇ ਦਾਗ ਕੱਟੇ ਜਾਣ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾਗਾ, ਚਾਹੇ ਪ੍ਰਮਾਤਮਾ ਪਿੱਛੇ ਬੋਲ ਕੇ ਕਰ ਰਿਹਾ, ਚਾਹੇ ਪਿੱਛੇ ਪ੍ਰਮਾਤਮਾ ਬੋਲ ਕੇ ਕਰਵਾ ਰਿਹਾ, ਤੇ ਚਾਹੇ ਪ੍ਰਮਾਤਮਾ ਚੁੱਪ ਕਰਕੇ ਬੈਠਾਗਾ, ਮੌਨੀ ਹੋਇਆ ਬੈਠਾਗਾ, ਪਰ ਸਾਰੇ ਕੰਮਾਂ ਦੇ ਪਿੱਛੇ ਉਹ ਪ੍ਰਮਾਤਮਾ ਦਾ ਆਪਣਾ ਹੱਥ ਹੈ। ਤੇ ਫਿਰ ਸਵਾਲ ਸੀ, ਫਿਰ ਜੇ ਸਾਰੇ ਕੰਮ ਹੀ ਪ੍ਰਮਾਤਮਾ ਕਰਦਾ, ਫਿਰ ਦੋਸ਼ੀ ਪ੍ਰਮਾਤਮਾ ਕਿਉਂ ਨਹੀਂ ਹੁੰਦਾ? ਬਸ ਫਰਕ ਇੱਥੇ ਪੈ ਗਿਆ, ਦੋਸ਼ੀ ਮਨੁੱਖ ਹੀ ਆ। ਦੋਸ਼ੀ ਮਨੁੱਖ ਕਿਉਂ ਆ? ਕਿਉਂਕਿ ਪ੍ਰਮਾਤਮਾ ਨੇ ਨਿਯਮ ਦਿੱਤੇ ਸੀ, ਉਹ ਨਿਯਮਾਂ ਨੂੰ ਤੋੜਦਾ ਹੋਇਆ ਮਨੁੱਖ, ਰੱਬ ਦੀ ਰਜ਼ਾ ਵਿੱਚੋਂ ਨਿਕਲਿਆ ਹੋਇਆ ਮਨੁੱਖ ਗਲਤ ਕੰਮ ਕਰ ਬੈਠਾ, ਤੇ ਗਲਤ ਕੰਮ ਕਰਨ ਵਾਲਾ ਕੀ ਕਰਦਾਗਾ? ਦੋਸ਼ੀ ਹੋ ਜਾਂਦਾਗਾ। ਗਲਤ ਕੰਮ ਕਰਨ ਵਾਲਾ ਮਨੁੱਖ ਦੋਸ਼ੀ ਹੋ ਰਿਹਾ ਪੜਿਆ। ਫਿਰ ਤਾਈਓ ਗੁਰੂ ਸਾਹਿਬ ਨੇ ਸਾਨੂੰ ਜਪਜੀ ਸਾਹਿਬ ਦੇ ਵਿੱਚ ਦੱਸ ਦਿੱਤਾ ਕਿ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਇਹ ਪ੍ਰਮਾਤਮਾ ਨੇ ਸਾਡੇ ਮੁੱਢ ਤੋਂ ਗੱਲ ਨਾਲ ਲਿਖੀ ਆ, ਜੰਮਣ ਤੋਂ ਪਹਿਲਾਂ ਇਹ ਗੱਲ ਲਿਖੀ ਆ। ਚਲੋ ਚਾਹੇ ਇਹਦੇ ਬਾਰੇ ਆਪਾਂ ਪੂਰਾ 100% ਕਲੀਅਰ ਨਹੀਂ ਕਹਿ ਸਕਦੇ ਵੀ ਜੰਮਣ ਤੋਂ ਪਹਿਲਾਂ ਸਾਡੀ ਉਹ ਪਰਮਾਤਮਾ ਨਾਲ ਕੋਈ ਸਪੈਸ਼ਲ ਮੁਲਾਕਾਤ ਹੁੰਦੀ ਆ, ਗੱਲਬਾਤ ਹੁੰਦੀ ਆ, ਪਰ ਜਿਹੜੇ ਗੁਰਬਾਣੀ ਦੇ ਇਸ਼ਾਰੇ ਨੇ ਉਹ ਸਾਨੂੰ ਦੱਸਦੇ ਆ ਵੀ ਸੱਚਾ ਜੰਮਣ ਤੋਂ ਪਹਿਲਾਂ ਮਨੁੱਖ ਦਾ ਜਿਹੜਾ ਭਾਵ ਵਾਰਤਾਲਾਪ ਆ ਨਾ, ਉਹ ਰੱਬ ਨਾਲ ਜ਼ਰੂਰ ਹੁੰਦੀ ਆ। ਇੱਥੇ ਸਾਡੇ ਦਿਮਾਗ 'ਚ ਸ਼ੰਕਾ ਹੋਊਗਾ ਵੀ ਇੰਨੇ ਜੀਵਾਂ ਨਾਲ ਵਾਰਤਾਲਾਪ ਕਿਵੇਂ ਕਰਦਾ ਹੋਊਗਾ? ਉਹ ਕਰੀ ਜਾਂਦਾ, ਉਹਦਾ ਆਪਣਾ ਭਾਵ ਪੱਖ ਹੈਗਾ। ਉਹ ਬਿਲਕੁਲ ਘਬਰਾਉਂਦਾ ਨਹੀਂ ਹੈ, ਕਿਸੇ ਦੀ ਸੁਣਨ ਤੋਂ ਅੱਕਦਾ ਨਹੀਂ ਹੈ, ਤੇ ਕਿਸੇ ਨੂੰ ਸੁਣਾਉਣ ਤੋਂ ਥੱਕਦਾ ਨਹੀਂ ਹੈ, ਤੇ ਕਿਸੇ ਨੂੰ ਸੁਣਾਉਣ ਲੱਗਿਆਂ ਖੁਸ਼ੀ ਦੀ ਗੱਲ ਆ ਉਹਨੂੰ ਖੁਸ਼ੀ ਕੋਈ ਨਹੀਂ, ਤੇ ਕਿਸੇ ਨੂੰ ਖਤਮ ਕਰਨ ਲੱਗਿਆਂ ਉਹਨੂੰ ਗਮੀ ਕੋਈ ਨਹੀਂ। ਇਹ ਉਹਦਾ ਸੁਭਾਅ ਆ। ਤੇ ਉਹਦੇ ਸੁਭਾਅ ਬਾਰੇ ਪਾਤਸ਼ਾਹ ਨੇ ਬਾਣੀ 'ਚ ਲਿਖਿਆ, ਸਾਡੇ ਪਰਥਾਏ ਕੀ ਲਿਖਿਆ? ਮਰਨ ਲਖਾਏ ਮੰਡਲ ਮਹਿ ਆਏ, ਭਾਵ ਇਸ ਧਰਤੀ ਤੇ ਆਉਣ ਤੋਂ ਪਹਿਲਾਂ, ਮੰਡਲ ਤੇ ਆ ਜਗਤ ਮੰਡਲ ਵਿੱਚ ਆਉਣ ਤੋਂ ਪਹਿਲਾਂ ਉਹ ਪਰਮਾਤਮਾ ਨੇ ਸਾਡੇ ਨਾਲ ਕੁਝ ਗੱਲਾਂ ਕੀਤੀਆਂ। ਉਹਨਾਂ ਗੱਲਾਂ ਦੇ ਵਿੱਚ ਇੱਕ ਮੌਤ ਦਾ ਵੇਰਵਾ ਜ਼ਰੂਰ ਪਾਇਆ ਗਿਆ ਹੈਗਾ। ਦੇਖੋ ਅਜੇ ਸਾਡਾ ਉਦੋਂ ਨਮੂਨਾ ਵੀ ਨਹੀਂ ਸੀ ਬਣਿਆਗਾ, ਪਰ ਉਦੋਂ ਵੀ ਸਾਡੀਆਂ ਗੱਲਾਂ ਉਹ ਪਰਮਾਤਮਾ ਨਾਲ ਹੋਈਆਂ। ਬਹੁਤ ਜਨ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਭਗਤ ਰਵਿਦਾਸ ਆ ਨਾ, ਹੁਣ ਜੇ ਤਾਂ ਆਪਾਂ ਆਪਣੀ ਅੱਖ ਨਾਲ ਦੇਖ ਗਏ ਫਿਰ ਤਾਂ ਕਹਾਂਗੇ ਵਿੱਚ ਮੇ ਆ ਰਹੀ ਆ, ਤੇ ਜੇ ਆਪਾਂ ਵਿਗਿਆਨਕ ਅੱਖ ਨਾਲ ਵੇਖ ਗਏ ਤੇ ਫਿਰ ਭਗਤ ਰਵਿਦਾਸ ਦੀ ਗੱਲ ਜੀ ਦਾ ਕੋਈ ਕਿਸੇ ਕੋਲੇ ਜਵਾਬ ਨਹੀਂ ਹੈ। ਕਿਸੇ ਕੋਲੇ ਕੋਈ ਜਵਾਬ ਨਹੀਂ ਹੈ, ਨਾ ਵਿਗਿਆਨੀ ਕੋਲੇ ਨਾ ਵਿਦਵਾਨ ਕੋਲੇ। ਆਪਣੇ ਕੋਲੇ ਤਾਂ ਹੋਣੇ ਕੀ, ਆਪਾਂ ਤਾਂ ਮੰਨ ਲਓ ਵੀ 100 ਵਾਲੀ ਲਾਈਨ ਚੋਂ ਪਹਿਲੀ ਲਾਈਨ ਦੇ ਵਿੱਚ ਪਹਿਲੇ 5 ਅੱਖਰਾਂ ਦੇ ਥੱਲੜੇ ਪੱਖ ਦੀਆਂ, 1 ਤੋਂ ਲੈ ਕੇ 5 ਤੱਕ ਹੀ ਸਾਡਾ ਦਿਮਾਗ ਆ, ਉਦੋਂ ਉੱਪਰ ਨਹੀਂ ਆ।
ਇੱਕ 10 ਤੱਕ ਆ ਗਏ, 20 ਤੱਕ ਆ ਗਏ, 50 ਤੱਕ ਆ ਗਏ, 50 ਤੋਂ ਗਾਹਾਂ ਤਾਂ ਕੋਈ ਹੈ ਹੀ ਨਹੀਂਗਾ। ਪਰ ਭਗਤ ਰਵਿਦਾਸ ਵਰਗੇ ਇਹ ਤਾਂ 100 ਤੋਂ ਉੱਪਰ ਲੰਘੇ ਖੜੇ ਨੇਗੇ, ਪਰ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਕਿਸੇ ਕੋਲੇ ਹੈ। ਜੇ ਉਹਨਾਂ ਨੇ ਕਿਹਾ ਨਾ ਵੀ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਮਨੁੱਖੀ ਸਰੀਰ ਦੀ ਨਮੂਨਾ ਬਣਤਰ ਬਣਨ ਤੋਂ ਪਹਿਲਾਂ ਉਹ ਪਰਮਾਤਮਾ ਦੇ ਨਾਲ ਮੁਲਾਕਾਤ ਦਾ ਦ੍ਰਿਸ਼ ਆਪਣੀ ਕਾਵ ਰਚਨਾ ਦੇ ਵਿੱਚ ਭਗਤ ਰਵਿਦਾਸ ਜੀ ਨੇ ਲਿਖਿਆ ਹੈਗਾ ਵੀ ਆਹ ਗੱਲਬਾਤ ਭਾਈ ਰੱਬ ਨਾਲ ਪਰਮਾਤਮਾ ਨਾਲ ਹੁੰਦੀ ਆ ਮਨੁੱਖ ਦੀ। ਫਿਰ ਰੱਬ ਮਨੁੱਖ ਦੀਆਂ ਗੱਲਾਂ ਸੁਣ ਕੇ ਉਹ ਤਰਸ ਕਰ ਜਾਂਦਾ ਵੀ ਕੋਈ ਗੱਲ ਨਹੀਂ, ਤੂੰ ਜਾ, ਕੋਈ ਗੱਲ ਨਹੀਂ, ਤੈਨੂੰ ਚਾਂਸ ਦੇ ਦਿੰਨੇ ਆ, ਮੌਕਾ ਤੈਨੂੰ ਦੇ ਦਿੰਨੇ ਆ, ਕੋਈ ਗੱਲ ਨਹੀਂ, ਤਾਂ ਕੀ ਆ ਭਾਈ, ਵੇਖ ਲੈਨੇ ਆ। ਇਹ ਕਿਹੜਾ ਪ੍ਰਧਾਨਗੀ ਹੈ ਕਾਹੇ ਦੀ ਵੀ ਤੈਨੂੰ ਹੁਣ ਪ੍ਰਧਾਨਗੀ ਮਿਲ ਗਈ ਮੁੜ ਕੇ ਆਪਾਂ ਦੇਣੀ ਨਹੀਂ ਕਿਸੇ ਨੂੰ। ਰੱਬ ਕਹਿੰਦਾ ਕੋਈ ਗੱਲ ਨਹੀਂ, ਤੂੰ ਨਹੀਂ ਜਾ, ਤੇਰਾ ਚਿੱਤ ਮੰਨਦਾ ਨਾ, ਜਾ, ਕੋਈ ਗੱਲ ਨਹੀਂ, ਆ ਜਾ। ਤੇਰੇ ਅੰਦਰ ਦੀ ਭਾਵਨਾ ਦੱਸ ਮੈਨੂੰ ਕੀ ਆ। ਬੰਦੇ ਨੇ ਦੱਸਤੀ, ਭਗਤ ਰਵਿਦਾਸ ਦੇ ਸਰੀਰ ਵਿੱਚ ਹੁੰਦੀ ਦੱਸਤੀ ਨਾ, ਕੀ ਦੱਸਿਆਗਾ ਵੀ ਮੇਰਾ ਜੀ ਕਰਦਾ ਦੁਨੀਆ ਤੇ ਜਾਵਾਂ ਮੈਂ। ਰੱਬ ਕਹਿੰਦਾ ਕੋਈ ਗੱਲ ਨਹੀਂ, ਜੇ ਜਾਣਾ ਤੂੰ ਜਾ, ਕੋਈ ਗੱਲ ਨਹੀਂ। ਬਹੁਤ ਜਨਮ ਵਿਛਰੇ ਤੇ ਮਾਧੋ, ਜਨਮ ਤੁਮਾਰੇ ਲੇਖੇ। ਪਰ ਅੱਗੇ ਕੀ ਕਹਿੰਦੇ ਨੇ ਕਿ ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਮਾਲਕ ਜੀਓ ਮੇਰੇ ਅੰਦਰ ਆਸ ਹੈ, ਮੇਰੇ ਅੰਦਰ ਦੀ ਭਾਵਨਾ ਮੈਂ ਦਰਸ਼ਨ ਕਰਾਂ, ਜਾ ਕੇ ਕੋਈ ਚੰਗਾ ਕੰਮ ਕਰਾਂ। ਫਿਰ ਕਹਿੰਦੇ ਰੱਬ ਬੋਲ ਪਿਆ ਭਗਤ ਰਵਿਦਾਸ ਜੀ ਉੱਥੇ। ਚਲੋ ਇਸ ਗੱਲ ਨਾਲ ਤੁਸੀਂ ਬਹੁਤ ਵਾਰੀ ਸਹਿਮਤ ਹੋਏ ਹੋ, ਸੁਣੀ ਵੀ ਆ। ਰੱਬ ਬੋਲਿਆ ਕਿਵੇਂ? ਕਹਿੰਦਾ ਕਰੇਗਾ ਕੀ ਜਾ ਕੇ, ਕਰੇਗਾ ਕਿ? ਉਹਨੇ ਦੱਸ ਕੇ ਤਾਂ ਜਾ ਮੈਨੂੰ। ਜੇ ਕੋਈ ਹੁਣ ਬੱਚਾ ਕਹੇ ਨਹੀਂ ਮਾਂ ਮੈਂ ਤਾਂ ਅਮਰੀਕਾ ਜਾਣਾ, ਕੈਨੇਡਾ ਜਾਣਾ, ਇੰਗਲੈਂਡ ਜਾਣਾ ਮੈਂ ਤਾਂ, ਤੇ ਮਾਂ ਕਹਿੰਦੇ ਕਰੇਗਾ ਕੀ ਉੱਥੇ, ਦੱਸਦਾ ਭਲਾ ਮੈਨੂੰ। ਜਾਂ ਪਿਓ ਕਹੇ ਵੀ ਕਰੇਗਾ ਕੀ, ਜਾਂ ਛੋਟਾ ਨਿਆਣਾ ਬੱਚਾ ਹੈਗਾ ਉਹ ਕਹੇ ਮੈਂ ਤਾਂ ਖੇਤ ਜਾਣਾ, ਤੇ ਮਾਪੇ ਕਹਿਣਗੇ ਨਹੀਂ ਪੁੱਤ ਤੇਰਾ ਉੱਥੇ ਕੋਈ ਕੰਮ ਨਹੀਂ, ਤੂੰ ਉੱਥੇ ਹੀ ਕਰਨਾ, ਰਹਿਣ ਦੇ। ਤੇ ਜੇ ਬੱਚਾ ਦੱਸ ਦੇ ਵੀ ਉੱਥੇ ਮੈਂ ਆਹ ਕੁਛ ਕਰੂੰਗਾ, ਫਿਰ ਮਾਪੇ ਖੁਸ਼ ਹੋ ਜਾਂਦੇ ਆ। ਕੀ ਕਹਿੰਦੇ ਚੱਲ ਕੋਈ ਨਾ, ਭਾਵੇਂ ਸਰੀਰ ਕਰਕੇ ਛੋਟੀ ਉਮਰ ਆ, ਨਿਆਣਾ, ਪਰ ਗੱਲ ਤਾਂ ਬਹੁਤ ਵੱਡੀ ਕਹੀ ਹੈ ਨਾ, ਮੈਂ ਬਾਪੂ ਨਾਲ ਕੰਮ ਕਰਾਉਂਗਾ, ਵੱਟਾਂ ਕਢਾਉਂਗਾ, ਪਾਣੀ ਲਵਾਉਂਗਾ, ਸਬਜ਼ੀ ਉਡਾਉਂਗਾ, ਗੱਲ ਤਾਂ ਵੱਡੀ ਕਹਿਤੀ ਨਾ। ਫਿਰ ਮਾਪੇ ਖੁਸ਼ ਹੋ ਕੇ ਕਹਿੰਦੇ ਚੰਗਾ ਪੁੱਤ ਤੂੰ ਜਾ, ਫਿਰ ਸ਼ਾਬਾਸ਼ ਤੇਰੇ, ਜੇ ਤੇਰੀ ਭਾਵਨਾ ਨਾ ਜਾ। ਇਵੇਂ ਜਿਵੇਂ ਬੰਦਾ ਰੱਬ ਨੂੰ ਕਹਿੰਦਾ ਮੈਂ ਤਾਂ ਸਾਰੀ ਉਮਰ ਹੀ ਨਾ, ਏ ਤੋਂ ਲੈ ਕੇ ਜੱਡ ਤੱਕ ਸਾਰੀ ਉਮਰ ਤੇਰਾ ਨਾਂ ਹੀ ਜਪੂੰਗਾ, ਤੇਰੇ ਜੀਵਨ ਦੇ ਨਾਲ ਹੀ ਮੈਂ ਆਪਣਾ ਜੀਵਨ ਮੇਲ ਕੇ ਬਤੀਤ ਕਰੂੰਗਾ। ਰੱਬ ਹੱਸ ਪਿਆ। ਹੁਣ ਜੇ ਬੱਚੇ ਨੇ ਕਿਹਾ ਨਾ ਵੀ ਸਾਰਾ ਦਿਨ ਹੀ ਮੈਂ ਤਾਂ ਕਹੀ ਚਲਾਉਂਗਾ, ਮਾਂ ਵੀ ਹੱਸ ਪਈ, ਪਿਓ ਵੀ ਹੱਸ ਪਿਆ, ਤੂੰ ਕਿੱਥੇ ਕਹੀ ਚਲਾ ਲੇਂਗਾ ਸਾਰਾ ਦਿਨ, ਸਾਰਾ ਦਿਨ ਤਾਂ ਰਹਿਣ ਦੇ, 5-4 ਮਿੰਟ ਹੀ ਚਲਾ ਲਈ, ਇੰਨਾ ਹੀ ਵਾਧੂ ਆ। ਹੁਣ ਰੱਬ ਉੱਥੇ ਹੱਸ ਪਿਆ। ਰੱਬ ਕੀ ਕਹਿੰਦਾ ਹੈਗਾ, ਦੇਖ ਲਾ ਪੁੱਤ ਤੇਰੀ ਮਰਜ਼ੀ ਆ, ਸਾਰੀ ਉਮਰ ਲੇਖੇ ਵਿੱਚ ਜ਼ਿੰਦਗੀ ਪਾ ਦੇਂਗਾ, ਸਾਰੀ ਉਮਰ ਕਹੀ ਹੈ ਤਾਂ ਉਹ ਉਮਰ ਭਾਵੇਂ 20 ਸਾਲ ਦੀ ਆ, 50-100 ਜਿੰਨੀ ਵੀ ਹੈਗੀ ਆ, ਇਹ ਜਨਮ ਤੁਮਾਰੇ ਲੇਖੇ, ਸਾਰੀ ਲੇਖੇ ਵਿੱਚ ਪਾ ਦੂੰਗਾ। ਕਹਿੰਦੇ ਉੱਥੇ ਫਿਰ ਬੰਦੇ ਨੇ ਸੋਚਿਆ ਵੀ ਗੱਲ ਤਾਂ ਪੱਕੀ ਹੈ, ਵੀ ਮੈਂ ਥੋੜੀ ਜਿਹੀ ਨਾ ਹੋਸ਼ੇਪਣ ਚ ਆ ਕੇ ਗੱਲ ਜ਼ਿਆਦਾ ਕਰ ਗਿਆ, ਸ਼ਾਇਦ ਇੰਨਾ ਮੈਂ ਨਹੀਂ ਕਰ ਸਕਾਂਗਾ। ਕਹਿੰਦਾ ਜੀ ਥੋੜੀ ਜਿਹੀ ਰਿਆਤ ਦੇ ਦਿਓ। ਜਦੋਂ ਬੰਦੇ ਨੇ ਰਿਆਤ ਤੇ ਗੱਲ ਪਹੁੰਚ ਗਈ, ਥੋੜੀ ਜਿਹੀ ਰਿਆਤ ਦੇ ਦਿਓ। ਚੱਲ ਰੱਬ ਬੋਲ ਪਿਆ, ਕਹਿੰਦੇ ਚੱਲ ਅੱਧੀ ਕੁ ਲੇਖੇ ਚ ਪਾ ਦੀ। ਚੱਲ ਨਹੀਂ ਸਾਰੀ ਪੈਂਦੀ ਨਾ, ਦੇਖੋ ਕਿੰਨਾ ਸਿਆਣਾ ਰੱਬ ਹੈ ਨਾ, ਸਾਡੇ ਨਾਲ ਨਾ ਅੜਦਾ ਨਹੀਂ ਹੈ, ਉਹ ਮੜਕਦਾ ਨਹੀਂ ਹੈ। ਭਾਵ ਕਹਿੰਦਾ ਕੋਈ ਗੱਲ ਨਹੀਂ, ਅੱਧੀ ਕੁ ਲੇਖੇ ਚ ਪਾ ਦੀ। ਕਹਿੰਦੇ ਬੰਦਾ ਹੁਣ ਥੋੜਾ ਜਿਹਾ ਰੱਬ ਦੇ ਨੇੜੇ ਲੱਗਿਆ ਸੀ ਨਾ ਪਰਮਾਤਮਾ ਦੇ, ਇਹਨੂੰ ਐ ਹੋ ਗਿਆ ਵੀ ਹੁਣ ਤਾਂ ਬਸ ਆਪਾਂ ਨੂੰ ਹੀ ਚੱਲਣ ਲੱਗ ਗਈ, ਬਸ ਇੱਥੇ ਮਾਰ ਪੈ ਗਈ। ਜਿਹੜੇ ਆਪਣਾ ਜਿੱਦਾਂ ਵਿਸ਼ਾ ਦੋਸ਼ੀ ਕਿਉਂ, ਇੱਥੇ ਦੋਸ਼ੀ ਹੋ ਗਏ, ਕਿਉਂਕਿ ਇਹਨੂੰ ਐ ਹੋ ਗਿਆ ਬਸ ਹੁਣ ਆਪਣੀ ਤਾਂ ਚੱਲਣ ਲੱਗ ਗਈ, ਬਸ ਆਪਾਂ ਕਿਹਦੇ ਲੈਣ ਦੇ ਆ। ਕਹਿੰਦਾ ਇਹ ਚੰਗਾ ਫਿਰ ਸਾਰੀ ਨਹੀਂ ਪੈ ਸਕਦੀ, ਤੁਸੀਂ ਆਪ ਹੀ ਬੋਲ ਪਏ, ਅੱਧੀ ਦੀ ਗੱਲ ਕੀਤੀ ਆ ਨਾ। ਮੈਨੂੰ ਤਾਂ ਹੁਣ ਤੁਹਾਡੀਆਂ ਗੱਲਾਂ ਹੀ ਸੁਣ ਕੇ ਐ ਲੱਗਦਾ ਮੈਂ ਅੱਧੀ ਵੀ ਨਹੀਂ ਲਿਖੇ ਚ ਪਾ ਸਕਦਾ। ਰੱਬ ਜੀ ਕਹਿੰਦੇ ਨਹੀਂ ਐ ਨਹੀਂ ਲੋਟ ਆਉਣਾਗਾ, ਫਿਰ ਤੂੰ ਪਹਿਲਾਂ ਸਾਰੀ ਕਹਿੰਦਾ ਸੀ, ਹੁਣ ਅੱਧੋਂ ਵੀ ਮੁੱਕਰ ਦਾਂਗਾ। ਕਹਿੰਦਾ ਨਹੀਂ ਜੀ ਮਿਹਨਤੀ ਆ, ਬਸ ਤੁਸੀਂ ਥੋੜਾ ਬਹੁਤਾ ਨਾ ਮੇਰੇ ਤੇ ਤਰਸ ਕਰੋ, ਅੱਧੀ ਚੋਂ ਵੀ ਅੱਧੀ ਕਰ ਦੋ, ਅੱਧੀ ਚੋਂ ਅੱਧੀ। ਰੱਬ ਕਹਿੰਦਾ ਚੱਲ ਠੀਕ, ਅੱਧੀ ਚੋਂ ਅੱਧੀ ਕਰ ਦਿੰਨੇ ਹੈਗੇ। ਕਹਿੰਦੇ ਜਦੋਂ ਇੰਨੀ ਗੱਲ ਕਹਿਤੀ, ਬੰਦੇ ਨੂੰ ਹੋ ਗਿਆ ਵੀ ਰੱਬ ਤਾਂ ਬੜਾ ਸਿਆਣਾ ਜਾ ਰਿਹਾ, ਇਹਨੇ ਤਾਂ ਪਹਿਲਾਂ ਸਾਰੀ ਦੀ ਗੱਲ ਸੀ, ਫਿਰ ਅੱਧੀ ਦੀ, ਅੱਧੀ ਚੋਂ ਅੱਧੀ ਦੀ ਗੱਲ ਹੋ ਗਈ ਹੁਣ। ਕਹਿੰਦਾ ਜੀ ਨਹੀਂ, ਮੈਨੂੰ ਲੱਗਦਾ ਵੀ ਮੈਂ ਧਰਤੀ ਤੇ ਜਾ ਕੇ ਨਾ, ਸਕੂਲ ਦੇ ਵਿੱਚ ਜਾ ਕੇ ਇੰਨਾ ਬਿਜੀ ਹੋ ਜਾਊਂਗਾ, ਸ਼ਾਇਦ ਮੈਥੋਂ ਅੱਧੀ ਚੋਂ ਅੱਧੀ ਵੀ ਲੇਖੇ 'ਚ ਨਹੀਂ ਪਾਈ ਜਾਣੀ, ਅੱਧੀ ਚੋਂ ਅੱਧੀ ਲੇਖੇ 'ਚ ਨਹੀਂ ਪਾਈ ਜਾਣੀ। ਚਲੋ ਕਹਿਣ ਤੋਂ ਭਾਵ ਗੱਲ ਖਤਮ ਕਰੀਏ। ਬੰਦਾ ਗੱਲਾਂ ਕਰਦਾ ਕਰਦਾ ਕਿੱਥੋਂ ਤੱਕ ਪਹੁੰਚ ਗਿਆ, ਬਿਲਕੁਲ ਜਵਾਬ ਦੇ ਗਿਆ, ਮੁੱਕਰ ਗਿਆ। ਕਹਿੰਦਾ ਨਾ 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 ਨਾ, ਮੈਂ ਨਹੀਂ ਕਹਿੰਦਾ ਕੁਛ ਵੀ ਕਰਦਾ, ਕਹਿੰਦਾ ਮੇਰੇ ਕੋਲ ਤਾਂ ਟਾਈਮ ਹੀ ਨਹੀਂ ਹੋਣਾਗਾ, 2-4 ਨਿਆਣੇ ਹੋ ਜਾਣਗੇ, ਘਰ-ਬਾਰ ਮੇਰਾ ਬਹੁਤ ਵੱਡਾ ਹੋਊਗਾ, ਜ਼ਮੀਨ ਜਾਇਦਾਦਾਂ ਦਾ ਮੈਂ ਮਾਲਕ ਹੋਊਗਾ, ਹੋ ਸਕਦਾ ਮੈਨੂੰ ਥੋੜੀ ਬਹੁਤੀ ਇੱਧਰ ਉੱਧਰ ਕੋਈ ਅਹੁਦਾ ਵੀ ਮਿਲ ਜੇ, ਲੀਡਰੀ ਵੀ ਮਿਲ ਜੇ, ਫਿਰ ਤਾਂ ਉਦੋਂ ਵੱਡੀ ਮੇਰੇ ਤੇ ਰੁਝੇਵੇਂ ਪੈ ਜਾਣਗੇ, ਫਿਰ ਤਾਂ ਮੈਂ ਜਮੀ ਨਹੀਂ ਕਿਸੇ ਕੰਮ ਦਾ ਰਹਿਣਾਗਾ।
ਚਲੋ ਕਹਿਣ ਤੋਂ ਭਾਵ ਰੱਬ ਦੇ ਕੋਲੇ ਪਹਿਲੀ ਮੁਲਾਕਾਤ 'ਚ ਪਹਿਲੀ ਗੱਲ ਕਰਕੇ ਪਹਿਲੇ ਹੀ ਮੁੱਕਰ ਗਿਆ। ਮਤਲਬ ਜਿਵੇਂ ਆਪਾਂ ਕਹਿ ਦਈਏ ਪਹਿਲੀ ਗੱਲਬਾਤ ਕਰਕੇ ਪਹਿਲੀ ਮੁੱਕਰ ਗਿਆ ਨਾ, ਹੁਣ ਰੱਬ ਨੂੰ ਪਤਾ ਲੱਗ ਗਿਆ ਤਾਂ ਹੁਣ ਹੀ ਦੋਸ਼ੀ ਹੋ ਗਿਆ। ਤੇ ਫਿਰ ਗੁਰੂ ਨੇ ਕੀ ਕਿਹਾ ਸੀ, ਕਹਿੰਦੇ ਆਪ ਕਰਾਵਣ ਦੋਸ਼ ਨਾ ਲੈਣਾ। ਕਹਿੰਦੇ ਫਿਰ ਰੱਬ ਆਪਣੇ ਤੇ ਦੋਸ਼ ਨਹੀਂ ਲੈਂਦਾ। ਰੱਬ ਕਹਿੰਦਾ ਕੋਈ ਗੱਲ ਨਹੀਂ ਤੈਨੂੰ ਭੇਜ ਦੂੰ, ਪਰ ਜਿਹੜੀਆਂ ਸ਼ਰਤਾਂ ਤੂੰ ਕੀਤੀਆਂ ਨੇ ਉਹ ਸ਼ਰਤਾਂ ਤੈਨੂੰ ਖਰਾ ਉਤਰਨਾ ਪਊਗਾ। ਫਿਰ ਰੱਬ ਜੀ ਨੇ ਨਾ ਆਪਣੀ ਆਵਾਜ਼ ਦਿੱਤੀ ਹੈ, ਕਿਹੜੀ? ਚੰਗਾ ਨਹੀਂ ਸਾਰੀ ਉਮਰ ਲਿਖੇ 'ਚ ਪਾ ਸਕਦਾ ਕਮਲਿਆ, ਅੱਧੀ ਪਾਲੀ ਜਵਾਬ ਦੇ ਗਿਆ। ਅੱਧੀ ਨਹੀਂ ਪਾ ਸਕਦਾ, ਅੱਧੀ ਚੋਂ ਅੱਧੀ ਪਾਲੀ ਜਵਾਬ ਦੇ ਗਿਆ। ਫਿਰ ਘੰਟਿਆਂ ਤੇ ਗੱਲ ਆ ਗਈ, ਦਿਨਾਂ ਤੇ ਗੱਲ ਆ ਗਈ, ਮਿੰਟਾਂ ਸਕਿੰਟਾਂ ਤੇ ਗੱਲ ਆ ਗਈ। ਕਿੱਥੋਂ ਤੱਕ ਗੱਲ ਪਹੁੰਚ ਗਈ? ਇੱਥੋਂ ਤੱਕ ਪਹੁੰਚ ਗਈ ਜੋ ਆਪਾਂ ਗੁਰੂ ਕੀ ਪਾਵਨ ਬਾਣੀ ਨਾ ਭਗਤ ਕਬੀਰ ਸਾਹਿਬ ਜੀ ਦਾ ਵਚਨ ਪੜ੍ਹਨੇ ਆ। ਫਿਰ ਉੱਥੇ ਗੱਲ ਕਿੱਥੋਂ ਤੱਕ ਪਹੁੰਚੀ ਹੈ? ਕਬੀਰ ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੈ ਪਛਤਾਹੋਗੇ ਪ੍ਰਾਣ ਜਾਹੇਂਗੇ ਛੂਟ। ਫਿਰ ਤੇਰੇ ਨਾਲ ਆਹ ਹਾਲ ਹੋਊਗਾ, ਪਛਤਾਵੇਂਗਾ ਤੂੰ। ਤੇ ਸੱਚੀ ਗੱਲ ਆ, ਫਿਰ ਬੰਦਾ ਆਪਣੀ ਜ਼ਿੰਦਗੀ 'ਚ ਪਛਤਾਵੇ ਤੋਂ ਸਿਵਾ ਹੋਰ ਕੁਝ ਵੀ ਨਾਲ ਨਹੀਂ ਲੈ ਕੇ ਜਾਂਦਾ। ਏਕ ਘੜੀ ਆਦੀ ਘੜੀ, ਆਦੀ ਹੂੰ ਤੇ ਆਦ। ਰੱਬ ਜੀ ਨੂੰ ਇਹ ਗੱਲ ਬੋਲਣੀ ਪਏਗੀ ਵੀ ਇੱਕ ਘੜੀ, ਅੱਧੀ ਘੜੀ, ਅੱਧੀ ਚੋਂ ਅੱਧੀ, ਬੰਦਾ ਫਿਰ ਵੀ ਸਾਬ ਮੁੱਕਰ ਗਿਆ। ਕਬੀਰ ਏਕ ਘੜੀ ਆਦੀ ਘੜੀ, ਆਦੀ ਹੂੰ ਤੇ ਆਦ। ਫਿਰ ਪਾਤਸ਼ਾਹ ਜੀ ਕਹਿੰਦੇ ਚੱਲ ਯਾਰ ਗੱਲ ਨਿਬੇੜ, ਖਤਮ ਹੀ ਕਰ ਗੱਲ। ਜਿੰਨਾ ਤੇਰੇ ਕੋਲੇ ਟਾਈਮ ਹੋਇਆ ਉਹਨਾਂ ਜ਼ਰੂਰ ਤੂੰ ਲੇਖੇ ਵਿੱਚ ਪਾਈ, ਜਿੰਨਾ ਵੀ ਤੇਰੇ ਕੋਲੇ ਵਕਤ ਹੋਇਆ। ਭਗਤਨ ਸੇਤੀ ਗੋਸਟੇ, ਇੱਥੇ ਖਹਿੜਾ ਛੁੱਟਣਾਗਾ। ਜੋ ਕੀਨੋ, ਜਿੰਨਾ ਵੀ ਤੂੰ ਕਰ ਸਕਦਾਗਾ, ਸੋ ਲਾਭ, ਉਨਾ ਹੀ ਤੈਨੂੰ ਮੁਨਾਫਾ ਹੋਊਗਾ। ਉਹ ਹੁਣ ਤੇਰੀ ਮਰਜ਼ੀ ਆ। ਮਾਂ ਪਿਓ ਨੇ ਸਕੂਲ ਬੱਚੇ ਨੂੰ ਤੋਰਤਾ, ਕਹਿ ਕੇ ਤੋਰਿਆਗਾ ਵੀ ਤੂੰ ਸਾਰਾ ਦਿਨ ਹੀ ਪੜ੍ਹਨਾਗਾ। ਨਹੀਂ ਪੜ੍ਹਿਆ, ਕਹਿੰਦੇ ਕੋਈ ਨਾ ਅੱਧਾ ਦਿਨ ਪੜ੍ਹਨੀ। ਅੱਧਾ ਦਿਨ ਨਹੀਂ ਪੜ੍ਹਿਆ, ਕੋਈ ਨਾ ਇੱਕ ਅੱਧਾ ਪੀਰੀਅਡ ਪੜ੍ਹਦੀ। ਨਹੀਂ ਇੱਕ ਅੱਧਾ ਪੀਰੀਅਡ ਪੜ੍ਹਿਆ ਨਾ, ਸਕੂਲ 'ਚ ਨਹੀਂ ਪੜ੍ਹਿਆ, ਚੰਦਰਿਆ ਕੋਈ ਗੱਲ ਨਹੀਂ, ਟਿਊਸ਼ਨ ਤੇ ਤਾਂ ਪੜ੍ਹ ਲਾ। ਨਿਊ ਟਿਊਸ਼ਨ ਤੇ ਪੜ੍ਹਿਆਗਾ, ਕੋਈ ਨਾ ਘਰੇ ਹੋਮਵਰਕ ਤਾਂ ਕਰ ਲਾ। ਬੱਚਾ ਜਮੀ ਸਾਫ਼ ਦੇ ਗਿਆ ਹੁਣ ਜਵਾਬ। ਫਿਰ ਮਾਪੇ ਹੀ ਕਹਿੰਦੇ ਨੇ ਪੁੱਤ ਕੁਛ ਤਾਂ ਕਰਨਾ ਹੀ ਪਊ, ਤੇਰੀ ਮਰਜ਼ੀ ਆ, ਕੁਛ ਤਾਂ ਕਰਨੇ ਪਊ। ਖਹਿੜਾ ਤਾਂ ਕੁਛ ਕਰੇ ਤੂੰ ਛੁੱਟੂਗਾ, ਐ ਖਹਿੜਾ ਨਹੀਂ ਛੁੱਟਣਾ। ਇੱਥੇ ਗੁਰੂ ਸਾਹਿਬ ਨੇ ਆਹੀ ਗੱਲ ਕਹਿ ਦਿੱਤੀ, ਭਾਵ ਜੋ ਕੀਨੋ ਸੋ ਲਾਭ। ਜਿੰਨਾ ਤੂੰ ਕਮਾਵੇਂਗਾ ਖੱਟੇਗਾ ਉਨਾ ਹੀ ਲਾਭ ਮਿਲਣਾਗਾ। ਕੋਸ਼ਿਸ਼ ਕਰ ਵੱਧ ਤੋਂ ਵੱਧ ਲਾਭ ਖੱਟਣ ਦੀ, ਤਾਂ ਤੂੰ ਦੋਸ਼ ਤੋਂ ਮੁਕਤ ਹੋ ਸਕਦਾ। ਨਹੀਂ ਤਾਂ ਫਿਰ ਗੁਰੂ ਸਾਹਿਬ ਨੇ ਕਹਿ ਦਿੱਤਾ ਉਹ ਪਰਮਾਤਮਾ ਦੋਸ਼ੀ ਨਹੀਂ, ਪਰਮਾਤਮਾ ਦੀ ਰਜ਼ਾ ਚੋਂ ਟੁੱਟ ਕੇ, ਉਹਦੇ ਹੁਕਮ ਚੋਂ ਟੁੱਟ ਕੇ ਬੰਦਾ ਦੋਸ਼ੀ ਹੋ ਜਾਂਦਾ ਗਾ। ਫਿਰ ਪਾਤਸ਼ਾਹ ਜੀ ਅੱਗੇ ਲਿਖਦੇ ਨੇ ਆਪ ਹੀ ਮਸਟ। ਕਹਿੰਦੇ ਫਿਰ ਇੰਨੀਆਂ ਗੱਲਾਂ ਕਰਨ ਤੋਂ ਬਾਅਦ ਰੱਬ ਚੁੱਪ ਕਰ ਜਾਂਦਾ। ਇੰਨੀਆਂ ਗੱਲਾਂ ਕਰਨ ਤੋਂ ਬਾਅਦ ਨਾ ਰੱਬ ਚੁੱਪ, ਜਿਵੇਂ ਅੱਜ ਚੁੱਪ ਕਰਿਆ ਬੈਠਾ। ਚਲੋ ਆਪਾਂ ਤਾਂ ਕਲਪਨਾ ਹੀ ਕਰਨੀ ਹੈ, ਵੈਸੇ ਰੱਬ ਚੁੱਪ ਨਹੀਂ ਕਰਦਾਗਾ, ਉਹ ਬੋਲੀ ਜਾਂਦਾਗਾ। ਪਰ ਇੱਕ ਇਸ਼ਾਰਾ ਕਰ ਸਕਦੇ, ਜਿਵੇਂ ਅੱਜ ਚੁੱਪ ਕਰੀ ਜਾਂਦਾ, ਹੁਣ ਸਭ ਹੀ ਅਰਦਾਸਾਂ ਕਰੀ ਜਾਂਦੇ ਬਚਾਓ ਬਚਾਓ ਬਚਾਓ। ਸਭ ਹੀ ਕਹੀ ਜਾਂਦੇ ਅਸੀਂ ਦੁਖੀ ਆ, ਅਸੀਂ ਦੁਖੀ ਆ, ਪਰ ਉਹ ਚੁੱਪ ਆ। ਉਹ ਕਹਿੰਦਾ ਕੋਈ ਨਾ ਮਾਰੀ ਚੱਲ ਮੱਥਾ, ਉਹਨੂੰ ਕੋਈ ਫਰਕ ਨਹੀਂ ਪੈਂਦਾਗਾ। ਆਪਣੇ 5-7 ਭੂਰ ਲੰਘ ਜਾਣਗੇ, ਮਰ ਜਾਣਗੇ, ਕੋਈ ਫਰਕ ਨਹੀਂ ਪੈਂਦਾ, ਨਵੇਂ ਹੋਰ ਆ ਜਾਣੇ, ਕੋਈ ਉਹਨੂੰ ਟੈਨਸ਼ਨ ਨਹੀਂ ਹੈ। ਕਿਉਂਕਿ ਪਹਿਲਾਂ ਗੱਲ ਕਰਤੀ, ਆਪ ਹੀ ਪੈਦਾ ਕਰਨ ਵਾਲਾ ਤੇ ਆਪ ਹੀ ਖਤਮ ਕਰਨ ਵਾਲਾ। ਇੱਕ ਕਿਸਾਨ ਆ ਨਾ, ਇੱਕ ਕਿਸਾਨ ਨੇ ਆਪਣੇ ਹੱਥੀਂ ਫਸਲ ਬੀਜ ਕੇ ਭਾਵੇਂ ਉਹ ਕੱਚੀ ਵੱਢ ਲੇ ਤੇ ਭਾਵੇਂ ਪਕਾ ਕੇ ਵੱਢ ਲੇ, ਉਹਦੀ ਆਪਣੀ ਮਰਜ਼ੀ ਹੈ। ਕਿਸਾਨ ਬੇਫਿਕਰ ਹੈ, ਉਹ ਕਹਿੰਦਾ ਕੋਈ ਗੱਲ ਨਹੀਂ, ਆਹ ਹੁਣ ਕੱਚੀ ਵੱਢਾਂ ਪੱਕੀ ਵੱਢਾਂ ਹੋਰ ਬੀਜ ਛੱਡ ਦਾਂਗੇ, ਹੋਰ ਹੋ ਜਾਊਗੀ, ਤਾਂ ਕੀ ਫਰਕ ਪੈਂਦਾ, ਇੱਕ ਵਾਰੀ ਨਾ ਸਹੀ। ਇਵੇਂ ਜਿਵੇਂ ਉਹ ਪਰਮਾਤਮਾ, ਸਾਰੀ ਦੁਨੀਆ ਮਨੁੱਖਤਾ ਰੱਬ ਜੀ ਦੇ ਹੁਕਮ ਵਿੱਚ ਇੱਕ ਫਸਲ ਹੈ। ਫਿਰ ਪਾਤਸ਼ਾਹ ਜੀ ਕਹਿੰਦੇ ਨਾ ਉਹ ਚੁੱਪ ਆ, ਆਪ ਹੀ ਮਸਟ। ਮਸਟ ਤੋਂ ਭਾਵ ਹੁੰਦਾ ਚੁੱਪ ਹੋਣਾ, ਉਹ ਬੋਲਦਾ ਨਹੀਂ ਹੈ। ਫਿਰ ਕੀ ਕਹਿੰਦੇ ਨੇ ਆਪ ਹੀ ਬੋਲਣਾ। ਫਿਰ ਕਦੇ ਕਦੇ ਉਹ ਬੋਲ ਵੀ ਪੈਂਦਾ, ਜਦੋਂ ਜ਼ਿਆਦਾ ਪਾਣੀ ਸਿਰ ਤੋਂ ਹੀ ਲੰਘਦਾ ਨਾ ਉਦੋਂ ਬੋਲ ਵੀ ਪੈਂਦਾ। ਬੋਲਦਾ ਤਾਂ ਕੀ ਆ, ਫਿਰ ਟਕਾ ਕੇ ਥੱਪੜ ਵੀ ਬਹੁਤ ਬੜੇ ਮਾਰਦਾ, ਟਕਾ ਕੇ ਨਾ ਥੱਪੜ, ਦੁੱਖਾਂ ਦੀਆਂ ਦਾਤਾਂ ਬਹੁਤ ਭੈੜੀਆਂ ਭੈੜੀਆਂ ਦੇ ਜਾਂਦਾਗਾ। ਫਿਰ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਪਰਮਾਤਮਾ ਜਿਹੜਾ ਚੁੱਪ ਬੈਠਾ ਨਾ, ਜਿਵੇਂ ਆਮ ਹੀ ਆਪਾਂ ਕਹਿ ਦਿੰਦੇ ਆ ਕਿਸੇ ਦੀ ਚੁੱਪ ਦਾ ਜ਼ਿਆਦਾ ਲਾਹਾ ਨਹੀਂ ਲਈਦਾ ਹੁੰਦਾਗਾ। ਆਪਾਂ ਆਮ ਹੀ ਕਹਿੰਦੇ ਨੇ ਜੇ ਕੋਈ ਚੁੱਪ ਹੋਵੇ ਨਾ, ਉਹਦੀ ਚੁੱਪ ਦਾ ਜ਼ਿਆਦਾ ਲਾਹਾ ਨਹੀਂ ਲਈਦਾ ਹੁੰਦਾ, ਵੀ ਜੇ ਚੁੱਪ ਆ ਤੇ ਹੁਣ ਆਪਾਂ ਸਿਰੇ ਸਿਰ ਚੜੀ ਚਲੇ ਗਏ। ਭਾਵ ਉਹ ਪਰਮਾਤਮਾ ਦਾ ਸੁਭਾਅ ਵੀ ਇਦਾਂ ਹੀ ਆ। ਪੰਜਵੇਂ ਪਾਤਸ਼ਾਹ ਕਹਿੰਦੇ ਉਹਦੀ ਚੁੱਪ ਦਾ ਲਾਹਾ ਨਾ ਲੈ, ਉਹਨੂੰ ਬੁਲਾਉਣ ਦੀ ਕੋਸ਼ਿਸ਼ ਕਰ, ਉਹਦੇ ਹੁਕਮ ਵਿੱਚ ਤੁਰ, ਉਹਦੀ ਰਜ਼ਾ ਵਿੱਚ ਤੁਰ। ਉਹ ਪਰਮਾਤਮਾ ਦੋਸ਼ ਤੋਂ ਰਹਿਤ ਹੈ ਤੇ ਤੂੰ ਦੋਸ਼ੀ ਬਣ ਜਾਏਗਾ। ਉਹਦਾ ਜਾਣਾ ਕੱਖ ਨਹੀਂ ਤੇ ਸਾਡਾ ਰਹਿਣਾ ਕੱਖ ਨਹੀਂਗਾ। ਫਿਰ ਲਾਸਟ ਵਿੱਚ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਆਪ ਹੀ ਅਛਲ ਨਾ ਜਾਈ ਛਲਣਾ। ਕਹਿੰਦੇ ਨਾ ਉਹ ਛਲਿਆ ਜਾ ਸਕਦਾਗਾ, ਉਹ ਪਰਮਾਤਮਾ ਨਾ ਹੀ ਤਾਂ ਕਿਸੇ ਨੂੰ ਛਲਦਾ
ਤੇ ਨਾ ਹੀ ਉਹ ਛਲਿਆ ਜਾ ਸਕਦਾ। ਛਲਿਆ ਤੋਂ ਭਾਵ ਹੁੰਦਾ ਗਾ, ਭਾਵ ਉਹ ਪਰਮਾਤਮਾ ਠੱਗਿਆ ਨਹੀਂ ਜਾਂਦਾ ਗਾ। ਅਛਲ ਛਲਾਈ ਨਹਿ ਛਲੈ, ਨਹਿ ਘਾਉ ਕਟਾਰਾ ਕਰ ਸਕੈ। ਉਹ ਪਰਮਾਤਮਾ ਤੱਕ ਕਿਸੇ ਦੀ ਕਟਾਰ ਨਹੀਂ ਪਹੁੰਚਦੀ, ਕਿਸੇ ਦਾ ਘਾਉ ਨਹੀਂ ਪਹੁੰਚਦਾ, ਤੀਰ ਨਹੀਂ ਪਹੁੰਚਦਾ, ਨੇਜਾ ਨਹੀਂ ਪਹੁੰਚਦਾ, ਕਿਸੇ ਰਫਲ ਦੇ ਰੌਂਦ ਨਹੀਂ ਪਹੁੰਚਦੇ, ਬੰਬ ਨਹੀਂ ਪਹੁੰਚਦੇ, ਉਹਦੇ ਤੱਕ ਕੋਈ ਵਾਇਰਸ ਨਹੀਂ ਪਹੁੰਚਦਾ। ਅੱਜ ਦੇ ਸਮੇਂ ਮੁਤਾਬਕ ਉਹਦੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਪਹੁੰਚਦੀ। ਨਾ ਉਹ ਛਲਦਾ ਤੇ ਨਾ ਹੀ ਉਹ ਕਿਸੇ ਨੂੰ ਛਲਦਾ। ਅਣਸਰਦੇ ਨੂੰ ਹੀ ਮਤਲਬ ਕਿ ਕੇਤਿਆਂ ਦੁੱਖ ਭੂਖ ਸਦ ਮਾਰ, ਭਾਵ ਅਣਸਰਦੇ ਨੂੰ, ਜਿਹਨੂੰ ਆਪਾਂ ਕਹਿ ਲਈਏ ਵੀ ਹੁਣ ਤਾਂ ਗੱਲ ਸਿਰੋਂ ਤੋਂ ਦੀ ਲੰਘ ਗਈ ਨਾ, ਉਦੋਂ ਹੀ ਉਹ ਦੁੱਖਾਂ ਦੀ ਦਾਤ ਦੇ ਦਿੰਦਾ ਗਾ। ਅੱਛਾ, ਦੁੱਖਾਂ ਨੂੰ ਵੀ ਉਹ ਦਾਤ ਦੇ ਰੂਪ 'ਚ ਹੀ ਦਿੰਦਾ, ਕੋਈ ਗੱਲ ਨਹੀਂ। ਜਿੱਥੇ ਸੁੱਖ ਰੋਜ਼ ਮੰਗਦਾ ਨਾ, ਕਦੇ ਕਦੇ ਮੰਨ ਲਓ ਵੀ ਜਿੱਥੇ ਰੋਜ਼ ਮਿੱਠਾ ਖਾਣਾ ਨਾ, ਕਦੇ ਕਦੇ ਕੌੜਾ ਵੀ ਖਾ ਲਿਆ ਕਰ। ਜਿੱਥੇ ਰੋਜ਼ ਮਖਮਲੀ ਕੱਪੜਾਂ ਤੇ ਸੌਣਾ ਨਾ, ਤੇ ਕਦੇ ਕਦੇ ਰੋੜਾਂ ਤੇ ਪੈ ਕੇ ਵੀ ਦੇਖ ਲਿਆ ਕਰ। ਉਹ ਇਸ਼ਾਰਾ ਕਰ ਦਿੰਦਾ ਗਾ ਵੀ ਕਦੇ ਕਦੇ ਸੁੱਖਾਂ ਦੀ ਜ਼ਿੰਦਗੀ ਜਿਉਣ ਵਾਲਿਆ, ਕਦੇ ਕਦੇ ਦੁੱਖਾਂ ਦੀ ਜ਼ਿੰਦਗੀ ਵੀ ਜੀ ਲਿਆ ਕਰ। ਫਿਰ ਉਹ ਭਾਵ ਪਰਮਾਤਮਾ ਅਣਸਰਦੇ ਨੂੰ ਹੀ ਦੁੱਖਾਂ ਦੀ ਦਾਤ ਦਿੰਦਾ ਗਾ। ਜਿਹੜੀ ਦੁੱਖਾਂ ਦੀ ਦਾਤ ਦਿੰਦਾ, ਇਹ ਵੀ ਦਾਤ ਦੇ ਰੂਪ 'ਚ ਹੀ ਦਿੰਦਾ ਗਾ। ਫਿਰ ਪਾਤਸ਼ਾਹ ਜੀ ਕਹਿੰਦੇ ਉਹ ਪਰਮਾਤਮਾ ਦਾ ਸੁਭਾਅ ਇਹ ਹੈਗਾ। ਫਿਰ ਅੱਗੇ ਪਾਤਸ਼ਾਹ ਜੀ ਕਹਿੰਦੇ ਨੇ ਆਪ ਹੀ ਗੁਪਤ, ਆਪ ਹੀ ਪ੍ਰਗਟਨਾ। ਉਹ ਗੁਪਤ ਵੀ ਆਪ ਹੀ ਆ ਤੇ ਆਪ ਹੀ ਉਹ ਭਾਈ ਸਾਰੇ ਸੰਸਾਰ ਵਿੱਚ ਪ੍ਰਗਟ ਹੈ। ਆਪ ਹੀ ਘਟ ਘਟ, ਆਪ ਹੀ ਅਲਪਨਾ, ਆਪੇ ਅਵਗਤ, ਆਪ ਸੰਗ ਰਚਨਾ। ਤੇ ਲਾਸਟ ਵਿੱਚ ਪਾਤਸ਼ਾਹ ਜੀ ਕਹਿੰਦੇ ਕਹੋ ਨਾਨਕ ਪ੍ਰਭ ਕੇ ਸੰਗ ਜਚਨਾ। ਉਹ ਪਰਮਾਤਮਾ ਭਾਈ ਸਾਡੇ ਸਾਰਿਆਂ ਦੇ ਵਿੱਚ ਆਪ ਹੀ ਸੋਹਣੇ ਰੂਪ ਦੇ ਵਿੱਚ ਜਚਿਆ ਹੋਇਆ ਹੈਗਾ, ਤੇ ਆਪ ਹੀ ਸਾਰਿਆਂ ਦੇ ਵਿੱਚ ਜਚਿਆ ਹੋਇਆ ਮਾਲਕ ਪਰਮਾਤਮਾ ਅਵਗਤ ਹੈ, ਭਾਵ ਅਗੋਚਰ ਹੈ, ਅਣਦਿਖਦਾ ਹੈ। ਉਹ ਕਿਸੇ ਨੂੰ ਨਜ਼ਰ ਵੀ ਨਹੀਂ ਆਉਂਦਾ, ਸੁਣਦਾ ਸਭ ਦੀ ਆ ਤੇ ਸਭ ਨੂੰ ਵੇਖ ਰਿਹਾ ਹੈ, ਸਭ ਦੇ ਵਿੱਚ ਸਮਾਇਆ ਹੋਇਆ ਹੈ। ਇੱਥੇ ਕੱਲ ਦੀ ਵਿਚਾਰ ਵਿੱਚ ਤੇ ਅੱਜ ਦੀ ਵਿਚਾਰ ਵਿੱਚ 2 ਪੁਆਇੰਟ ਮੁੱਖ ਦਿੱਤੇ ਨੇ ਪਾਤਸ਼ਾਹ ਨੇ। ਇੱਕ ਤਾਂ ਪਰਮਾਤਮਾ ਸਾਰਿਆਂ ਦੇ ਵਿੱਚ ਰਮਿਆ ਹੋਇਆ, ਕਿਸੇ ਤੋਂ ਅਲੱਗ ਨਹੀਂ ਹੈ। ਨੰਬਰ 2 ਤੇ ਉਹ ਸਾਰਿਆਂ ਨੂੰ ਵੱਖ ਬੈਠਾ ਗਾ। ਹੁਣ ਇਹਨਾਂ ਦੋਨਾਂ ਗੱਲਾਂ ਨੂੰ ਸਮਝਣਾ ਔਖਾ, ਬਸ ਇਹਦਾ ਹੁਣ ਦੋਨੇ ਗੱਲਾਂ ਸਮਝਣੀਆਂ ਔਖੀਆਂ। ਉਹ ਵਿੱਚ ਵੀ ਰਚਿਆ ਹੋਇਆ ਸਾਰਿਆਂ ਦੇ ਤੇ ਸਾਰਿਆਂ ਤੋਂ ਬਾਹਰ ਵੀ ਹੈ। ਉਹ ਵਿੱਚ ਬੈਠਾ ਬੋਲ ਵੀ ਰਿਹਾ, ਜਾਣੀ ਕਿ ਬੁਲਾ ਵੀ ਰਿਹਾ ਗਾ, ਤੇ ਉਹ ਵਿੱਚ ਬੈਠਾ ਚੁੱਪ ਵੀ ਹੈ, ਮਸਤ ਵੀ ਹੈ। ਉਹ ਸਾਰਿਆਂ ਤੋਂ ਚੰਗੇ ਕੰਮ ਵੀ ਆਪ ਕਰਵਾ ਰਿਹਾ ਗਾ ਤੇ ਮਾੜੇ ਕੰਮ ਵੀ ਆਪ ਕਰਵਾ ਰਿਹਾ ਗਾ। ਚੰਗੇ ਵੀ ਕਰਵਾ ਰਿਹਾ ਤੇ ਮਾੜੇ ਵੀ ਕਰਵਾ ਰਿਹਾ। ਪਰ ਪਾਤਸ਼ਾਹ ਜੀ ਕਹਿੰਦੇ ਦੋਸ਼ ਉਹਦੇ ਤੇ ਆਉਂਦਾ ਨਹੀਂ, ਉਹਦੇ ਤੇ ਦੋਸ਼ ਨਹੀਂ ਆਉਂਦਾ। ਹੁਣ ਮੰਨ ਲਓ ਅੱਜ ਦੇ ਸਮੇਂ ਜਿਹੜੀ ਬਿਮਾਰੀ ਹੈ ਨਾ ਹੈ, ਉਹਦੇ ਬਾਰੇ ਵਾਹਿਗੁਰੂ ਆਪ ਜਾਣਦੇ ਨੇ, ਪਰ ਉਹਦੇ ਪਿੱਛੇ ਕਾਰਨ ਕੀ ਹੈ, ਰੀਜਨ ਕੀ ਆ, ਸਾਰੀ ਗੱਲਬਾਤ ਮਨੁੱਖ ਤੇ ਆ ਜਾਂਦੀ ਆ। ਤੇ ਇੱਥੇ ਲਿਖਿਆ ਕਿਸੇ ਪਾਤਸ਼ਾਹ ਨੇ ਆਪ ਕਰਾਵਣ ਦੋਸ਼ ਨਾ ਲੈਣਾ। ਭਾਵੇਂ ਹੁਕਮ ਉਸੇ ਦਾ ਹੀ ਵਰਤਦਾ, ਪਰ ਰੱਬ ਦੋਸ਼ੀ ਨਹੀਂ, ਦੋਸ਼ੀ ਬੰਦਾ ਹੀ ਆ। ਦੋਸ਼ੀ ਕੌਣ ਆ? ਬੰਦਾ। ਹੁਣ ਦੂਜੇ ਪਾਸੇ ਗੁਰੂ ਸਾਹਿਬ ਨੇ ਕਿ ਬੈਠਾ ਵੇਖਿਆ ਵੱਖ ਅਕੇਲਾ, ਉਹ ਦੁਨੀਆ ਨੂੰ ਸਾਜਣ ਵਾਲਾ ਇੱਕ ਖੂੰਜੇ 'ਚ ਬੈਠਾ ਗਾ। ਹੁਣ ਉੱਥੇ ਗੁਰੂ ਨਾਨਕ ਸਾਹਿਬ ਨੇ ਲਿਖਤਾ ਇੱਕ ਖੂੰਜੇ 'ਚ ਬੈਠਾ ਸਾਰਿਆਂ ਨੂੰ ਦੇਖ ਰਿਹਾ ਹੈਗਾ। ਉਹ ਖੂੰਜਾ ਕਿਹੜਾ ਗਾ, ਉਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ। ਬਸ ਇੱਥੇ ਗੱਲਾਂ ਦੋਨੇ ਗੁਰੂ ਸਾਹਿਬ ਨੇ ਕਹਿ ਕਿ ਸਾਨੂੰ ਕੀ ਕਹਿ ਦਿੱਤਾ, ਇੱਕੋ ਹੀ ਗੱਲ ਲਾਸਟ ਤੇ ਕਹਿ ਦਿੱਤੀ, ਬਸ ਉਹਦੇ ਹੁਕਮ ਵਿੱਚ ਚੱਲ, ਉਹਦੀ ਰਜ਼ਾ ਵਿੱਚ ਚੱਲ, ਉਹਦੀ ਭਾਵ ਗੁਰੂ ਪਾਤਸ਼ਾਹ ਦੀ ਹਰ ਗੱਲ ਨੂੰ ਆਪਣੇ ਜੀਵਨ ਦੇ ਵਿੱਚ ਸਵੀਕਾਰ ਕਰ। ਇੰਨੀ ਗੱਲ ਕਹਿ ਦਿੱਤੀ ਬਸ ਲਾਸਟ ਦੇ ਵਿੱਚ। ਹੁਕਮ ਰਜਾਈ ਚੱਲਣਾ ਤੇਰਾ ਮੁੱਖ ਕਾਰਜ ਇਹੀ ਸੀ ਨਾਨਕ, ਲਿਖਿਆ ਨਾਲ ਇਹ ਮੁੱਢ ਤੋਂ ਤੇਰੇ ਨਾਲ ਲਿਖਿਆ ਹੋਇਆ ਸੀ। ਇਸ ਗੱਲ ਨੂੰ ਸਮਝ ਵੀ ਮੈਂ ਕਿਵੇਂ ਸਚਿਆਰਾ ਬਣਨਾ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਸੋ ਸਭ ਦਾ ਧੰਨਵਾਦ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ